ਸਤਿ ਸ਼੍ਰੀ ਅਕਾਲ। ਉਡਾਰੀ ਵਿਦੇਸ਼ਾਂ ਨੂੰ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨਦੀਪ ਤੇ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਖਾਸ ਪ੍ਰੋਗਰਾਮ ਇਨਫੋਰਮੇਸ਼ਨ ਹਰ ਵਾਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੇ ਹਰ ਵਾਰ ਮੇਰੇ ਨਾਲ ਐਕਸਪਰਟ ਮੌਜੂਦ ਹੁੰਦੇ ਨੇ ਜਿਹੜੇ ਗਾਈਡ ਕਰਦੇ ਨੇ ਕਿ ਕਿਸ ਤਰੀਕੇ ਨਾਲ ਡ੍ਰੀਮ ਡੈਸਟੀਨੇਸ਼ਨ ਦੀ ਸੈਰ ਕੀਤੀ ਜਾ ਸਕਦੀ ਹੈ, ਉੱਥੇ ਪਹੁੰਚਿਆ ਜਾ ਸਕਦਾ ਹੈ। ਸੋ ਇੱਕ ਵਾਰ ਫਿਰ ਤੋਂ ਮੇਰੇ ਨਾਲ ਜੁੜੇ ਨੇ ਜੀ ESS ਗਲੋਬਲ ਤੋਂ ਮਿਸਟਰ ਰੋਹਿਤ ਜੀ। ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸੋ ESS ਗਲੋਬਲ ਮਾਰਕੀਟ ਦਾ ਐਸਾ ਨਾਮ ਹੈ ਜਿਹੜਾ ਕਿ ਬਹੁਤ ਹੀ ਵਿਸ਼ਵਾਸ ਪਾਤਰ ਹੈ। ਹੁਣ ਤੱਕ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਸਟੂਡੈਂਟਸ ਨੂੰ, ਐਪਲੀਕੈਂਟਸ ਨੂੰ ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚਾ ਚੁੱਕਿਆ ਹੈ। ਸਕਸੈਸਫੁਲੀ ਉਹ ਲੋਕ ਹੁਣ ਆਪਣਾ PR ਜਾਂ ਸਿਟੀਜ਼ਨਸ਼ਿਪ ਤੱਕ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰ ਚੁੱਕੇ ਨੇ ਅਲੱਗ-ਅਲੱਗ ਮੁਲਕਾਂ ਦੇ ਵਿੱਚ, ਜਿੱਦਾਂ ਉਹ ਮੁਲਕ ਦਾ ਸਿਨੈਰੀਓ ਹੈਗਾ ਉਸ ਦੇ ਜ਼ਰੀਏ। ਸੋ ਅੱਜ ਦੀ ਜਿਹੜੀ ਸਾਡੀ ਚਰਚਾ ਹੈ ਉਹ ਅਸੀਂ ਕੈਨੇਡਾ ਜਾਣ ਨੂੰ ਲੈ ਕੇ ਖਾਸ ਤੌਰ ਤੇ ਗੱਲਬਾਤ ਕਰਾਂਗੇ। ਵੈਸੇ ਤੁਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ, ਕਿਸੇ ਵੀ ਤਰੀਕੇ ਦੀ ਕੋਈ ਵੀ ਸਰਵਿਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ ਕਿ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ, ਬਿਜ਼ਨਸ ਇਨਵੈਸਟਮੈਂਟ ਅਪਲਾਈ ਕਰਨਾ ਹੈ, ਘੁੰਮਣ ਫਿਰਨ ਜਾਣਾ ਹੈ, ਸਟੱਡੀ ਅਪਲਾਈ ਕਰਨਾ ਹੈ, ਕੈਨੇਡਾ ਆਸਟ੍ਰੇਲੀਆ ਸਾਰੀਆਂ ਚੀਜ਼ਾਂ 'ਚ ESS ਗਲੋਬਲ ਡੀਲ ਕਰਦਾ ਹੈ। ਲੇਕਿਨ ਮੁੱਖ ਤੌਰ ਤੇ ਅੱਜ ਅਸੀਂ ਕੈਨੇਡਾ ਸਟੱਡੀ ਦੀ ਗੱਲ ਕਰਾਂਗੇ ਕਿਉਂਕਿ 10 ਅਗਸਤ ਤੋਂ ਬਾਅਦ ਚੇਂਜਸ ਆਏ। ਸਭ ਨੂੰ ਹੈਰਾਨ ਕਰਕੇ ਰੱਖਣ ਵਾਲੇ ਉਹ ਚੇਂਜਸ ਸੀਗੇ ਕਿ ਕੋਈ ਆਈਡੀਆ ਨਹੀਂ ਸੀਗਾ ਕਿ ਹੁਣ ਰਿਜੈਕਸ਼ਨ ਰੇਟ ਵਧੇਗਾ ਕਿ ਨਹੀਂ, ਅੱਜ ਦੀ ਤਰੀਕ 'ਚ ਅਪਰੂਵਲ ਰੇਟ ਕੀ ਚੱਲ ਰਿਹਾ ਹੈ ਕਿ ਨਹੀਂ। ਸੋ ਸਾਰੀ ਗੱਲਬਾਤ ਕਰਾਂਗੇ। ਪਹਿਲਾਂ ਤਾਂ ਅਸੀਂ ਅਪਰੂਵਲ ਰੇਟ ਦੇਖ ਲੈਂਦੇ ਹਾਂ ਕੀ ਅਪਰੂਵਲ ਰੇਟ ਦਿਖ ਰਿਹਾ ਹੈਗਾ ਇਸ ਟਾਈਮ ਦੇ ਉੱਪਰ, ਔਰ ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਜਿਹੜਾ ਆਪਾਂ ਕਹੀਏ ਕਿ ਟਾਈਮ ਪੀਰੀਅਡ ਕਿੰਨਾ ਟਾਈਮ ਇੰਤਜ਼ਾਰ ਕਰਨਾ ਪਏਗਾ, ਉਹਨਾਂ ਦੇ ਅਪਰੂਵਲ ਰੇਟ ਦੇ ਉੱਪਰ ਇੰਪੈਕਟ ਕੈਸਾ ਪੈਂਦਾ ਨਜ਼ਰ ਆ ਰਿਹਾ। ਦੇਖੋ, ਅਪਰੂਵਲ ਰੇਟ ਦੀ ਜੇ ਆਪਾਂ ਗੱਲ ਕਰੀਏ ਜੀ ਤਾਂ ਇਸ ਸਾਲ ਮਤਲਬ ਇਟਸ ਆਲਮੋਸਟ ਅਮੇਜ਼ਿੰਗ ਅਪਰੂਵਲ ਰੇਟ 92% ਜਿਹੜਾ ਅਪਰੂਵਲ ਰੇਟ ਇਸ ਟਾਈਮ ਕੌਂਸੂਲੇਟ ਦਾ ਚੱਲਦਾ ਪਿਆ ਹੈਗਾ। ਸਪੈਸ਼ਲੀ ਜੇ ਮੈਂ ESS ਦੀ ਗੱਲ ਕਰ ਲਵਾਂ ਤਾਂ 100 ਚੋਂ 92 ਫਾਈਲਾਂ ਪਹਿਲੀ ਗੋਚ ਹੀ ਅਪਰੂਵ ਹੋ ਕੇ ਆਉਂਦੀਆਂ ਪਈਆਂ ਨੇ। ਜਿਹੜੀਆਂ 8 ਰਹਿ ਗਈਆਂ ਬਾਕੀ ਉਹ ਕਿਤੇ ਰੀਫਾਈਲਿੰਗ ਦੇ ਵਿੱਚ ਔਰ ਰੀਪ੍ਰੈਜ਼ੈਂਟੇਸ਼ਨ ਦੇ ਵਿੱਚ ਉਹਦਾ ਵੀਜ਼ਾ ਆ ਰਿਹਾ। ਮਤਲਬ ਇਹ ਅਪਰੂਵਲ ਰੇਟ ਦਾ ਇੱਕ ਤੁਹਾਨੂੰ ਐਵੀਡੈਂਟ ਐਗਜ਼ਾਮਪਲ ਦੇ ਦਿੰਦਾ। ਜਿਹੜਾ ਨਦਨ ਪਿਊਰਸ ਕਾਲਜ ਦਾ ਅੱਜ ਤੋਂ 2 ਹਫ਼ਤੇ ਪਹਿਲਾਂ 3 ਹਫ਼ਤੇ ਪਹਿਲਾਂ ਬੜਾ ਚਰਚਾ ਵਿੱਚ ਸੀਗਾ। ਜਦ ਮੀਡੀਆ ਨੇ ਉਹਨਾਂ ਦੀ ਪੱਖ ਜਾਣੀ ਤਾਂ ਉਹਨਾਂ ਦੀ ਇਹ ਸਟੇਟਮੈਂਟ ਸੀਗੀ ਵੀ ਇਸ ਵਾਰ ਹਾਈ ਕਮਿਸ਼ਨ ਨੇ ਵੀਜ਼ੇ ਬਹੁਤ ਜ਼ਿਆਦਾ ਦਿੱਤੇ ਹੈ, ਅਸੀਂ ਉਸ ਨੂੰ ਕੋਆਰਡੀਨੇਟ ਨਹੀਂ ਕਰ ਪਾਏ। ਦੈਟ ਇਜ਼ ਵਨ ਆਫ ਦਾ ਰੀਜ਼ਨ ਸਾਨੂੰ ਇਹ ਬੱਚਿਆਂ ਨੂੰ LOA ਕੈਂਸਲ ਕਰਕੇ ਦੇਣਾ ਪੈ ਰਿਹਾ ਕਿਤੇ ਨਾ ਕਿਤੇ। ਉਹਦਾ ਕਿਉਂ ਸਿੱਧਾ ਸੰਬੰਧ ਆ ਕਿਉਂਕਿ ਹਾਈ ਕਮਿਸ਼ਨ ਦਾ ਅਪਰੂਵਲ ਰੇਟ ਹੀ ਬਹੁਤ ਜ਼ਿਆਦਾ ਹੈਗਾ। ਕਾਲਜ ਤੱਕ ਨੇ ਇਹਨਾਂ ਨੇ ਉਮੀਦ ਨਹੀਂ ਕੀਤੀ ਸੀ ਕਿ ਵੀ ਸਾਡੇ ਕੋਲ ਇੰਨਾ ਰਸ਼ ਪਹਿਲੀ ਗੋਚ ਹੀ ਆ ਜਾਊਗਾ। ਹਰੇਕ ਦੀ ਕੈਲਕੂਲੇਸ਼ਨ ਹੁੰਦੀ ਹੈ, ਜੇ ਮੈਂ 500 LOA ਦਿੱਤਾ 500 ਫਾਈਲਾਂ ਐਮਬੈਸੀ ਜਾਣਗੀਆਂ, 300 ਓਕੇ ਹੋ ਕੇ ਆਊਗਾ, 200 ਰਿਫਿਊਜ਼ ਹੋਊਗਾ, ਮੇਰੇ ਕੋਲ 350 ਸੀਟਾਂ ਹੈ, ਮੈਂ ਸਾਰ ਲਾਂਗਾ। ਪਰ ਜੇ 500 ਚੋਂ ਆਲਮੋਸਟ 450 ਵੀਜ਼ਾ ਲੱਗ ਗਿਆ ਤਾਂ ਉਹ ਈਮੇਲ ਜਿਹੜੀ ਆਈ ਹੈ ਉਹ ਜਾਇਜ਼ ਆਈ। ਹੁਣ ਅਪਰੂਵਲ ਰੇਟ ਅਗੇਨ ਇਟ ਇਜ਼ ਦੈਟ ਰੇਟ ਜੋ ਹਜੇ ਤੱਕ ਕਦੇ ਸੀਗਾ ਹੀ ਨਹੀਂ। ਤੇ ਇਹਨੂੰ ਕਿਤੇ ਨਾ ਕਿਤੇ ਸਟੇਟਮੈਂਟਸ ਆਉਂਦੀਆਂ ਕੈਨੇਡਾ ਤੋਂ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨੇ। ਇੱਕ ਛੋਟਾ ਜਿਹਾ ਸਟੇਟਮੈਂਟ ਤੁਹਾਨੂੰ ਮੈਂ ਦੱਸ ਦਿੰਦਾ। ਲਾਸਟ ਵੀਕ ਉਹਨਾਂ ਦੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕੈਨੇਡਾ ਆਪਣੇ ਇਮੀਗ੍ਰੇਸ਼ਨ ਪਲਾਨ ਤੋਂ ਹਿੱਲਣਾ ਅਫੋਰਡ ਹੀ ਨਹੀਂ ਕਰ ਸਕਦਾ। ਇੱਕ ਹੁੰਦਾ ਦੈਟ ਮੀਨਸ ਅਸੀਂ ਚੇਂਜ ਨਹੀਂ ਸੋਚ ਰਹੇ ਜਾਂ ਕੁਝ ਕਰ ਸਕਦੇ। ਦ ਵਰਡ ਸੀਗਾ ਅਫੋਰਡ। ਦੈਟ ਮੀਨ ਜੋ ਆਪਣੇ ਸਾਲਾਨਾ ਇਮੀਗ੍ਰੇਸ਼ਨ ਟਾਰਗੇਟ ਤੋਂ ਹਿੱਲਿਆ, ਜਿਹੜਾ 4 ਲੱਖ ਤੋਂ ਉੱਤੇ ਇਮੀਗ੍ਰੇਸ਼ਨ ਦਾ ਹੈਗਾ, ਉਹ ਤੋਂ ਜੇ ਹਿਲਦਾ ਹੈ ਤਾਂ ਕੈਨੇਡਾ ਦੀ ਲੌਂਗ ਟਰਮ ਪਾਲਿਸੀ ਜਿਹੜੀ ਅਗਲੇ 5-10 ਸਾਲ ਇਮੀਗ੍ਰੇਸ਼ਨ ਨੂੰ ਸਪੋਰਟ ਕਰਦੀ ਹੈ। ਨੰਬਰ ਆਫ ਪੀਪਲ ਗੋਇੰਗ ਟੂ ਕੈਨੇਡਾ, ਟੈਕਸ ਜਿਹੜਾ ਕਲੈਕਟ ਹੋਏਗਾ, ਜੋ ਇਕੋਨਮੀ ਦੇ ਵਿੱਚ ਜਾਏਗਾ, ਉਹ ਸਾਰੀ ਕੈਲਕੂਲੇਸ਼ਨ ਹਿਲ ਜਾਂਦੀ ਹੈ। ਇਹ ਉਦੋਂ ਹੀ ਆਏਗਾ ਜਦ ਅਪਰੂਵਲ ਰੇਟ ਹੋਏਗਾ ਕਿਉਂਕਿ ਉਹਨਾਂ ਦਾ ਮਕਸਦ ਹੈੱਡ ਕਾਊਂਟ ਹੈ, ਅੰਡਰਸਟੈਂਡ ਕਰਨਾ। ਮੈਂ ਸਿੰਪਲ ਜਿਹਾ ਮੈਨੂੰ ਕੋਈ ਪੁੱਛਦਾ ਨਾ ਭਾਜੀ ਪੜ੍ਹਨ ਜਾਣਾ ਹੈ ਤੇ ਮੈਂ ਕਿੱਥੇ ਜਾਵਾਂ, ਮੈਂ ਕਹਿੰਦਾ ਪੜ੍ਹਨ ਜਾਣਾ ਹੈ ਕਿ PR ਹੋਣ ਜਾਣਾ ਹੈ, ਆਪਣੀ ਵਾਂਟ ਨੂੰ ਸਹੀ ਰੱਖੋ। ਉਹ ਕਹਿੰਦਾ ਭਾਜੀ PR ਹੋਣ ਜਾਣਾ, ਪੜ੍ਹ ਤਾਂ ਇੱਥੇ ਬਹੁਤ ਲੈ। ਮੈਂ ਕਹਿੰਦਾ ਚੁੱਪਚਾਪ ਕੈਨੇਡਾ ਚਲ ਜਾ ਕਿਉਂਕਿ ਇਸ ਟਾਈਮ ਉਹ ਕੈਨੇਡਾ ਕੰਟਰੀ ਹੈੱਡ ਕਾਊਂਟ ਨੂੰ ਲੈ ਕੇ ਆਉਂਦਾ ਪਿਆ। ਇੱਥੋਂ ਬੜਾ ਐਵੀਡੈਂਟ ਹੈ ਕੈਨੇਡਾ ਦੀ ਯੂਨੀਵਰਸਿਟੀਆਂ ਕਦੇ ਰੈਂਕਿੰਗ ਵਿੱਚ ਨਹੀਂ ਆਉਂਦੀਆਂ, ਕਦੇ ਕਿਤੇ ਨਹੀਂ ਆਉਂਦੀਆਂ। ਉਹ ਸਪੋਰਟ ਕਰਦੀਆਂ ਲੋਕਲ ਇਕੋਨਮੀ ਨੂੰ। ਲੋਕਲ ਇਕੋਨਮੀ ਮਤਲਬ ਤੁਸੀਂ ਉੱਥੇ ਜਾ ਕੇ ਹੀ ਕੰਮ ਕਰੋ, ਕੰਮ ਲੱਭੋ, ਕਾਰੋਬਾਰ ਕਰੋ। ਦੈਟ ਮੀਨ ਉਹਨਾਂ ਦਾ ਇਸ ਟਾਈਮ ਏਜੰਡਾ ਪਾਪੂਲੇਸ਼ਨ ਹੈ ਜੋ ਆਸਟ੍ਰੇਲੀਆ ਦਾ 2008 ਵਿੱਚ ਸੀਗਾ, ਜਦੋਂ ਉਹਨਾਂ ਨੇ ਸਾਰਿਆਂ ਦੇ ਵੀਜ਼ੇ ਲਾਏ ਸੀਗੇ। ਆਲਮੋਸਟ 90% ਸਕਸੈਸ ਰੇਟ ਚੱਲਦਾ ਸੀ ਆਸਟ੍ਰੇਲੀਆ ਦਾ ਉਸ ਟਾਈਮ ਤੇ। ਅੱਜ ਕੈਨੇਡਾ ਸੇਮ ਵਰਜ ਤੇ ਹੈਗਾ, ਕਿਤੇ ਨਾ ਕਿਤੇ ਆਸਟ੍ਰੇਲੀਆ ਨੂੰ ਕਾਪੀ ਕਰਦਾ ਹੋਇਆ। ਤਾਂ ਸਕਸੈਸ ਰੇਟ ਹੈਜ਼ ਬੀਨ ਵੈਰੀ ਗੁੱਡ। ਤੇ ਆਹ ਚੇਂਜਸ ਜਿਹੜੇ ਆਏ ਨੇ ਇਹ ਕਿਤੇ ਨਾ ਕਿਤੇ ਸਕਸੈਸ ਰੇਟ ਨੂੰ ਸਲੋ ਕਰਨ ਆਏ ਨੇ।
ਜਿਹੜੇ ਮੇਰੇ ਟ੍ਰਾਂਸਲੇਸ਼ਨ ਦੇਖੋ ਤਾਂ ਅਗੇਨ ਚੇਂजेस ਆਰ ਆਲਵੇਜ਼ ਜਿਹੜੇ ਪਹਿਲੀ ਗੋ 'ਚ ਵੈਲਕਮ ਨਹੀਂ ਹੁੰਦੇ ਬਟ ਕਿਤੇ ਨਾ ਕਿਤੇ ਜਦੋਂ ਸੈਟਲ ਹੁੰਦੇ ਨੇ ਉਦੋਂ ਵਾਪਸ ਸਪੀਡ ਫੜੀ ਜਾਂਦੀ ਹੈਗੀ ਹੈ। ਠੀਕ ਹੈ ਸਰ, ਜਿੱਦਾਂ ਕਾਲਜ ਦਾ ਤੁਸੀਂ ਜ਼ਿਕਰ ਕੀਤਾ ਕਿ 2 ਹਫ਼ਤੇ ਪਹਿਲੇ ਜਿੱਦਾਂ ਖਬਰ ਆਈ ਹੈ, ਤੁਹਾਡੇ ਡਾਇਰੈਕਟ ਟਾਈ-ਅਪਸ ਨੇ ਬਹੁਤ ਸਾਰੇ ਸਿੱਖਿਆ ਅਦਾਰਿਆਂ ਦੇ ਨਾਲ, ਆਲਮੋਸਟ ਸਾਰਿਆਂ ਦੇ ਨਾਲ ਹੀ ਉੱਥੇ ਨਾ, ਤਾਂ ਸਿਰਫ ਇਹ 1-2 ਅਦਾਰਿਆਂ 'ਚ ਪ੍ਰੋਬਲਮ ਆਈ ਹੈ ਕਿ ਹੋਰਾਂ 'ਚ ਵੀ ਸਕਸੈਸ ਰੇਟ ਨੂੰ ਲੈ ਕੇ ਦਿੱਕਤ ਆਈ ਹੈਗੀ? ਨਹੀਂ, ਸਕਸੈਸ ਰੇਟ ਤਾਂ ਮੈਮ ਓਵਰਆਲ ਹੀ 92% ਹੈ ਜਿਵੇਂ ਕਿਹਾ। ਜਿਹੜੀ ਦਿੱਕਤ ਆਈ ਹੈ ਉਹ ਬੇਸਿਕਲੀ ਹਮੇਸ਼ਾ ਦਿੱਕਤ ਤੁਸੀਂ ਇਤਿਹਾਸ ਚੱਕ ਕੇ ਦੇਖੋ, ਹਮੇਸ਼ਾ ਸੈਟੇਲਾਈਟ ਕੈਂਪਸ ਨੂੰ ਆਉਂਦੀ ਹੈ। ਸੈਟੇਲਾਈਟ ਕੈਂਪਸ ਮਤਲਬ ਤੁਸੀਂ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਜਦ ਆਓਗੇ ਉੱਥੇ 2 ਤਰ੍ਹਾਂ ਦੇ ਕੈਂਪਸ ਤੁਹਾਨੂੰ ਦੇਖਣ ਨੂੰ ਮਿਲਦੇ ਆ ਜੀ। ਪਹਿਲਾ ਕੈਂਪਸ ਜੋ ਓਰੀਜਨਲ ਕੈਂਪਸ ਹੁੰਦਾ, ਫॉर ਐਗਜ਼ਾਮਪਲ ਪੰਜਾਬ ਯੂਨੀਵਰਸਿਟੀ ਦਾ ਓਰੀਜਨਲ ਕੈਂਪਸ ਬਹੁਤ ਵੱਡਾ, ਹਜ਼ਾਰਾਂ ਦੀ ਤਾਦਾਦ 'ਚ ਬੱਚਾ ਪੜ੍ਹਦਾ, ਅਲੱਗ-ਅਲੱਗ ਡਿਪਾਰਟਮੈਂਟ, ਅਲੱਗ ਚੀਜ਼ਾਂ। ਹੁਣ ਜੇ ਪੰਜਾਬ ਯੂਨੀਵਰਸਿਟੀ ਇੱਕ ਬਿਲਡਿੰਗ ਦੇ ਵਿੱਚ ਕੈਂਪਸ ਖੋਲ੍ਹ ਦੇਵੇ, ਜਿਵੇਂ PTU ਦਾ ਪਹਿਲਾਂ ਹੁੰਦਾ ਸੀ ਡਿਸਟੈਂਸ ਐਜੂਕੇਸ਼ਨ ਸੈਂਟਰ, ਉਹ ਉੱਥੇ ਵੀ ਹੁੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਸੈਟੇਲਾਈਟ ਕੈਂਪਸ। ਉਹ ਫਰੈਂਚਾਈਜ਼ ਕੈਂਪਸ ਹੁੰਦੇ ਨੇ, ਜਿਵੇਂ ਨਾਇਗਰਾ ਟੋਰਾਂਟੋ, ਇਹ ਬੜਾ ਅੱਜ ਤੋਂ 2 ਸਾਲ ਪਹਿਲਾਂ ਸੇਮ ਨਾਇਗਰਾ ਨਾਲ ਹੋਇਆ ਸੀਗਾ। ਫਿਰ ਅਲਫਾ ਅਕੈਡਮੀ ਹੋਈ ਸੀਗੀ ਟੋਰਾਂਟੋ ਦੇ ਵਿੱਚ, ਤੁਹਾਨੂੰ ਯਾਦ ਹੋਵੇ ਤਾਂ ਅੱਜ ਤੋਂ 1.5 ਸਾਲ ਪਹਿਲਾਂ, 1.5-2 ਸਾਲ ਪਹਿਲਾਂ। ਅੱਜ ਤੀਸਰੀ ਵਾਰ ਆ ਚੀਜ਼ ਹੁੰਦੀ ਪਈ ਹੈ। ਇਹ ਉਹ ਹਮੇਸ਼ਾ ਪ੍ਰੋਬਲਮ ਸੈਟੇਲਾਈਟ ਕੈਂਪਸ 'ਚ ਆਉਂਦੀਆਂ, ਜਿੱਥੇ ਮੰਨ ਲਓ ਮੈਂ ਇੱਕ ਯੂਨੀਵਰਸਿਟੀ ਦਾ ਕੈਂਪਸ ਖੋਲ੍ਹ ਲਿਆ ਉਹਨਾਂ ਨਾਲ ਟਾਈ-ਅਪ ਕਰਕੇ ਸ਼ਹਿਰ ਦੇ ਸੈਂਟਰ ਦੇ ਵਿੱਚ। ਯੂਨੀਵਰਸਿਟੀ ਕਹਿੰਦੀ ਹੈ ਬਹੁਤ ਵਧੀਆ ਕੰਮ ਹੈ ਜੀ, ਕਿਉਂਕਿ ਅਸੀਂ ਉੱਥੇ ਪ੍ਰੈਜ਼ੈਂਟ ਨਹੀਂ ਹੈਗੇ, ਤੁਸੀਂ ਸਾਡਾ ਕੈਂਪਸ ਖੋਲ੍ਹ ਲਿਆ, ਬੱਚਾ ਸਾਨੂੰ ਹੀ ਆਉਣਾ, ਸਾਨੂੰ ਇੰਨੇ % ਰਾਇਲਟੀ ਦੇ ਦੋਗੇ, ਹਰ ਬੱਚੇ ਦੇ 40%, ਅਸੀਂ ਤੁਹਾਨੂੰ ਨਾਮ ਵਰਤਨ ਦੇ ਰਹੇ ਹਾਂ ਆਪਣਾ, ਤੁਸੀਂ ਰਾਇਲਟੀ ਦਿਓਗੇ। ਇਹ ਬਿਜ਼ਨਸ ਟਾਈ-ਅਪ ਹੋ ਗਿਆ ਇੱਕ ਆਪਣਾ ਕਾਰੋਬਾਰੀ ਦਾ ਤੇ ਕਾਲਜ ਦਾ। ਹੁਣ ਇੱਥੇ ਮੇਰੇ ਕੋਲ ਐਜ਼ ਅ ਕਾਰੋਬਾਰੀ ਲਿਮਿਟੇਸ਼ਨ ਆਫ ਸੀਟ ਹਮੇਸ਼ਾ ਰਹੇਗਾ, ਕਿਉਂਕਿ ਮੈਨੂੰ ਯੂਨੀਵਰਸਿਟੀ ਨੇ ਸੈੱਟ ਨੰਬਰ ਆਫ LOA ਦੇਣੇ ਆ, ਖੁੱਲ੍ਹੇ LO ਨਹੀਂ ਦੇਣੇ। ਇਹ LOA ਦੀ ਪ੍ਰੋਬਲਮ ਕਦੇ ਵੀ ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਕਾਲਜਾਂ 'ਚ ਨਹੀਂ ਆਉਂਦੀਆਂ, ਕਿਉਂਕਿ ਉਹਨਾਂ ਦਾ ਸਰਕਲ ਬਣਿਆ ਹੋਇਆ। ਉਹਨਾਂ ਦੇ ਉਸ ਹਿਸਾਬ ਨਾਲ ਇੱਕ ਈਮੇਲ ਭੇਜ ਦੇਣੀ ਹੈ, ਸੌਰੀ ਵੀ ਆਰ ਫੁੱਲ, ਅਗਲਾ ਇਨਟੇਕ ਅਪਲਾਈ ਕਰੋ। ਕਾਰੋਬਾਰੀ ਬੰਦਾ ਕਦੇ ਨਹੀਂ ਕਹਿੰਦਾ, ਕਹਿੰਦਾ ਆਉਣ ਦਿਓ, ਜਿਹੜੇ ਪੈਸੇ ਆਉਂਦੇ ਆਉਣ ਦਿਓ, ਬਾਅਦ 'ਚ ਦੇਖ ਲਾਂਗੇ ਕੀ ਕਰਨਾ ਹੈ। ਹੁਣ ਇਹ ਇਸ ਟਾਈਮ ਇਹ ਹੋਇਆ, ਤਾਂ ਇਹ ਹਾਰਡਲੀ 3 or 4 ਟਾਈਮਸ ਹੋਇਆ ਕੈਨੇਡਾ ਦੀ ਹਿਸਟਰੀ ਦੇ ਵਿੱਚ, ਪਰ 3-4 ਵਾਰ ਪ੍ਰਾਈਵੇਟ ਔਰ ਸੈਟੇਲਾਈਟ ਕੈਂਪਸ ਦੇ ਨਾਲ ਹੋਇਆ। ਠੀਕ ਹੈ, ਮੇਨ ਕਾਲਜ 'ਚ ਐਜ਼ ਕੋਈ ਦਿੱਕਤ ਨਹੀਂ ਆਉਂਦਾ। ਆਪਣੇ ਜਿਵੇਂ ਪੰਜਾਬ 'ਚ ਓਰੀਜਨਲ ਕੈਂਪਸ ਹੁੰਦੇ ਨੇ, ਇਹ ਉਹੀ ਤਰੀਕੇ ਦੇ ਨਾਲ ਆਪਾਂ ਇਹਨੂੰ ਕਹਿ ਸਕਦੇ ਹਾਂ। ਸਿੰਪਲ ਤੁਸੀਂ PTU ਦਾ ਡਿਸਟੈਂਸ ਐਜੂਕੇਸ਼ਨ ਦੇਖ ਲਓ ਜੀ, ਕੋਈ ਵੀ PTU ਦਾ ਡਿਸਟੈਂਸ ਐਜੂਕੇਸ਼ਨ ਖੋਲ੍ਹ ਸਕਦਾ ਸੀ। ਪਹਿਲਾਂ 2 ਕਮਰੇ ਚਾਹੀਦੇ ਸੀ, 4 ਕੰਪਿਊਟਰ ਚਾਹੀਦੇ ਸੀ ਤੇ 6 ਕੋਰਸ ਪੜ੍ਹਾਏ ਜਾਂਦੇ ਸੀਗੇ IT ਔਰ ਬਿਜ਼ਨਸ ਦਾ। ਤੇ ਤੁਸੀਂ ਸੈਟੇਲਾਈਟ ਕੈਂਪਸ ਦੇਖੋਗੇ, ਤੁਹਾਨੂੰ 2 ਜਾਂ 4 ਕੋਰਸਿਸ ਹੀ ਆਫਰ ਹੁੰਦੇ ਨੇ, ਕੋਈ ਵੀ ਇਹੋ ਜਿਹਾ ਕੋਰਸ ਆਫਰ ਨਹੀਂ ਹੁੰਦਾ ਜਿਹਦੇ ਵਿੱਚ ਤੁਹਾਨੂੰ ਲੈਬੋਰੇਟਰੀ ਚਾਹੀਦੀ ਹੋਵੇ, ਕਿਉਂਕਿ ਉਹ ਕਾਰੋਬਾਰੀ ਬੰਦਾ ਇਨਵੈਸਟ ਹੀ ਨਹੀਂ ਕਰੇਗਾ। ਉਹਨੇ ਕੰਪਿਊਟਰ ਲਾਣੇ ਆ ਜਾਂ ਟੇਬਲ ਤੇ ਵਾਈਟ ਬੋਰਡ ਲਾਣਾ, ਜਿੱਥੇ ਇੱਕ ਬਿਜ਼ਨਸ ਕੋਰਸ ਰਨ ਹੋ ਸਕਦਾ ਔਰ IT ਦੀ ਲੈਬ ਬਣਾ ਦੇਣੀ ਹੈ। ਸਿੰਪਲ ਹੈ, ਬਸ ਜਿੱਥੇ ਸੌਖਾ ਜਿਹੜਾ ਕੰਮ ਹੈ ਹੋ ਸਕੇ। ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰ ਸਕਦੇ ਹੋ, ਤੁਹਾਡੇ ਜ਼ਹਿਨ 'ਚ ਕੋਈ ਵੀ ਸਵਾਲ ਹੈ, ESS ਗਲੋਬਲ ਦੀ ਟੀਮ ਜਿਹੜੀ ਹੈ ਤੁਹਾਡੇ ਸਵਾਲਾਂ ਦੇ ਤੁਹਾਨੂੰ ਆਨਸਰ ਜ਼ਰੂਰ ਕਰੇਗੀ। ਸੋ ਜਿੱਦਾਂ ਸਰ ਨੇ ਕਿਹਾ ਵੀ ਹੁਣ ਚੇਂਜਸ ਆਏ ਨੇ, ਇਹ ਕਿਸੇ ਹੋਰ ਰਸਤੇ ਵੱਲ ਨੂੰ ਵੀ ਤੁਰ ਸਕਦੇ, ਰਿਜੈਕਸ਼ਨ ਰੇਟ ਵਧੇਗਾ ਫਿਰ ਹੁਣ? ਹਾਂਜੀ ਮੈਮ, ਜਿਹੜਾ ਮੇਰਾ ਕੈਲਕੂਲੇਸ਼ਨ ਹੈ ਬੜਾ ਸਿੰਪਲ ਹੈ। 2019 ਦੇ ਵਿੱਚ ਜਦ ਲੋਕਾਂ ਨੂੰ 6-5.5 ਦੀ ਆਦਤ ਪਈ ਸੀਗੀ, ਲੋਕਾਂ ਦਾ ਉਸ ਟਾਈਮ ਰਿਜੈਕਸ਼ਨ ਰੇਟ ਬਹੁਤ ਜ਼ਿਆਦਾ ਹਾਈ ਹੋ ਗਿਆ ਸੀਗਾ। ਉਹਦਾ ਕਾਰਨ ਪਤਾ ਕੀ ਸੀਗਾ? ਜਦ ਇੱਕ ਬੱਚਾ ਕਿਸੇ ਵੀ ਕੰਸਲਟੈਂਟ ਆਫਿਸ ਜਾਂਦਾ ਹੈ ਜਾਂ ਸਵਾਲ ਪੁੱਛਦਾ ਸੀਗਾ, ਉਹ ਕਹਿੰਦਾ ਸੀ ਮੈਨੂੰ ਆਹ ਫਲਾਣਾ ਕਾਲਜ ਚਾਹੀਦਾ। ਉਹਦਾ ਕਾਰਨ ਕੀ ਹੈ? ਅੱਜ ਪੂਰੇ DLI ਸਿਸਟਮ ਦੇ ਵਿੱਚ ਜਿਹੜਾ ਰੂਲ ਚੇਂਜ ਹੋਇਆ, ਉਹ ਗਵਰਨਮੈਂਟ ਨੇ ਚੇਂਜ ਕੀਤਾ ਬੱਚਿਆਂ ਨੂੰ ਵੀਜ਼ਾ ਦੀ ਫਾਈਲ ਅਸੈਸਮੈਂਟ ਵਾਸਤੇ, ਬਟ ਕਾਲਜ ਨੇ ਔਰ ਯੂਨੀਵਰਸਿਟੀ ਨੇ ਕੋਈ ਰੂਲ ਚੇਂਜ ਨਹੀਂ ਕੀਤਾ। ਉਹਨਾਂ ਨੇ ਨਹੀਂ ਕਿਹਾ ਅਸੀਂ, ਕਿਉਂਕਿ SDS ਦਾ ਰੂਲ ਚੇਂਜ ਹੋ ਗਿਆ, ਅਸੀਂ ਘੱਟ ਵਾਲੇ ਬੈਂਡ ਵਾਲੇ ਬੱਚੇ ਵੀ ਲੈ ਲਾਂਗੇ। ਸ਼ਾਇਦ ਉਹਨਾਂ ਦੇ ਦਿਮਾਗ 'ਚ ਆ ਹੈ ਵੀਜ਼ਾ ਵੱਖਰੀ ਗੱਲ ਹੈ ਐਂਡ ਪੜ੍ਹਾਉਣਾ ਵੱਖਰੀ ਗੱਲ ਹੈ। ਪੜ੍ਹਾਉਣ ਵਾਸਤੇ ਸਾਨੂੰ ਬੱਚਿਆਂ ਦਾ ਐਡਾ ਕਿ ਇੰਗਲਿਸ਼ ਲੈਵਲ ਚਾਹੀਦਾ ਹੀ ਚਾਹੀਦਾ 6 ਈਚ ਵਾਲਾ। ਇਹ ਰੂਲ ਆਉਣ ਤੋਂ ਪਹਿਲਾਂ ਵੀ ਆਲਮੋਸਟ 39 ਕਾਲਜਸ ਔਰ ਯੂਨੀਵਰਸਿਟੀਜ਼ ਇਹੋ ਜਿਹੇ ਹੈਗੇ ਨੇ ਜੋ 6-5.5 ਤੇ ਲੈਂਦੇ ਸੀ, 6.5 ਤੇ ਲੈਂਦੇ ਸੀ, ਉਹ ਅੱਜ ਵੀ ਮੌਜੂਦ ਹੈ। ਹੁਣ ਇਹ 5.5 ਵਾਲਾ ਬੱਚਾ ਜਦ ਵੀ ਕਿਸੇ ਕੰਸਲਟੈਂਟ ਦੇ ਆਫਿਸ ਜਾਊਗਾ, ਉਹਨੂੰ ਚੋਣ ਤਾਂ ਉਹੀ 39 ਕਾਲਜਸ 'ਚ ਕਰਨੀ ਪੈਣੀ ਹੈ, ਕਿਉਂਕਿ ਐਲੀਜੀਬਲ ਉੱਥੇ ਹੁੰਦਾ। ਉੱਥੇ ਉਹ ਸਵਾਲ ਇਹ ਨਹੀਂ ਪੁੱਛੂਗਾ ਮੈਨੂੰ ਕੋਰਸ ਕਿਹੜਾ ਦੇ ਰਹੇ ਹੋ, ਉਹਨੇ ਇਹ ਦੇਖਣਾ 6-5.5 ਮੈਨੂੰ ਇੱਥੇ ਦਾਖਲਾ ਮਿਲਦਾ ਪਿਆ, ਮੈਂ ਇੱਥੇ ਦਾਖਲਾ ਲੈ ਲਾਂ। 2019 'ਚ ਆਹੀ ਗਲਤੀ ਕੀਤੀ ਸੀ ਜਦ ਰਿਜੈਕਸ਼ਨ ਰੌਕਟ ਹਾਈ ਸੀਗਾ। ਮਤਲਬ ਉਸ ਟਾਈਮ ਤੇ ਅਸੀਂ 10-10 ਵਾਰ ਰਿਫਿਊਜ਼ਲ ਦੇ ਵੀਜ਼ੇ ਲਿੱਤੇ ਸੀ, ਕਿਉਂਕਿ ਜਿਹੜੇ ਪਿਛਲੇ ਰਿਫਿਊਜ਼ਲ ਆ ਉਹ ਬਿਨਾਂ ਕੋਰਸ ਦੀ ਰੈਲੇਵੈਂਸੀ ਤੋਂ ਲਿੱਤੇ ਗਏ ਸੀ। ਕਾਮਨ ਸੈਂਸ ਹੀ ਮਿਸਿੰਗ ਸੀ। ਅੱਜ ਵੀ ਉਹ ਦੌੜ, ਉਹ ਬੱਚੇ ਦੁਆਰਾ ਇਨਕੁਆਇਰੀ ਵਾਲੇ ਪਾਸੇ ਤੁਰ ਪਏ ਨੇ, ਆ ਕੇ ਇਹੀ ਪੁੱਛਦੇ ਨੇ ਮੇਰਾ ਐਡਮਿਸ਼ਨ ਹੋ ਜਾਊ ਕਿਉਂਕਿ ਰੂਲ ਚੇਂਜ ਹੋ ਗਿਆ।
ਉਹ ਕਹਿ ਕੇ ਥੱਕ ਗਏ, ਰੂਲ ਚੇਂਜ ਅੰਬੈਸੀ ਨੇ ਕੀਤਾ। ਜੇ ਤੁਸੀਂ ਇਸ ਫਲਾਣੇ ਕਾਲਜ ਜਾਣਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਾਬਲ ਕਰ ਲਓ, ਨਹੀਂ ਤਾਂ ਐਟਲੀਸਟ ਕੋਰਸ ਸਹੀ ਲੈ ਕੇ ਜਾਓ, ਤੁਹਾਡੇ ਵੀਜ਼ਾ ਦੇ ਚਾਂਸਸ ਵਧਣ। ਕਿਉਂਕਿ ਵੀਜ਼ਾ ਤੁਹਾਡੇ ਕੋਰਸ ਸਿਲੈਕਸ਼ਨ ਕਰਕੇ ਹੀ ਆਣਾ ਹੈ। 5.5 ਵਾਲੇ ਕਾਲਜ ਜਾਂਦੇ ਪਏ ਹੋ ਇਸ ਕਰਕੇ ਨਹੀਂ ਆਣਾ, ਮਤਲਬ ਇੰਨਾ ਧਿਆਨ ਰੱਖਿਓ। ਤੇ ਉਹ ਅਗੇਨ ਉਹ ਗਰੁੱਪ ਜਾਂ ਹੋੜ ਐਡੀ ਕੁ ਵੱਡੀ ਹੈ ਇਸ ਟਾਈਮ ਤੇ, ਉਹ ਬੱਚਾ ਦੁਬਾਰਾ ਅਪਲਾਈ ਕਰੂਗਾ 6-5.5 ਤੇ ਕਿਤੇ ਨਾ ਕਿਤੇ ਕੋਰਸ ਦੇ ਉੱਤੇ ਫਿਰ ਰਿਜੈਕਸ਼ਨ ਆਣੇ ਸ਼ੁਰੂ ਹੋਣਗੇ, ਜਨਵਰੀ ਇਨਟੇਕ ਦੇ ਔਰ ਮਈ ਇਨਟੇਕ ਦੇ। ਫਿਰ ਉਹ ਵੋਲਿਊਮ ਵਧੂਗਾ, ਮੇ ਨਾਟ ਬੀ ਦਿਸ ਈਅਰ ਬਟ ਅਰਲੀ ਨੈਕਸਟ ਈਅਰ ਡੈਫੀਨੇਟਲੀ। ਰੋਹਿਤ ਸਰ, ਤੁਹਾਡੀ ਇਹ ਸਟੇਟਮੈਂਟ ਸੁਣ ਕੇ ਹੁਣ ਬਹੁਤ ਸਾਰੇ ਸਟੂਡੈਂਟ ਚਿੰਤਿਤ ਹੋ ਜਾਣਗੇ ਵੀ ਇੱਕ ਬੰਨੇ ਤਾਂ ਅਸੀਂ ਖੁਸ਼ ਹੋ ਰਹੇ ਸੀ ਇੰਨੇ ਦਿਨਾਂ ਤੋਂ ਕਿ ਆਜੋ ਜੀ ਐਪਲੀਕੇਸ਼ਨ ਅਪਲਾਈ ਕਰ ਦਿਓ, ਪਰ ਹੁਣ ਰਿਜੈਕਸ਼ਨ ਵਾਲੀ ਗੱਲ। ਫਿਰ ਤੁਹਾਡਾ ਕੀ, ਤੁਸੀਂ ਕੀ ਸੁਜੈਸਟ ਕਰਦੇ ਹੋ, ਰਿਕਮੈਂਡ ਕੀ ਕਰਦੇ ਹੋ ਕਿ ਨਹੀਂ ਅਪਲਾਈ ਕਰਨਾ ਚਾਹੀਦਾ ਸਾਨੂੰ? ਐਜ਼ ਏ ਮੈਂ ਓਕੇ ਯੈਸ ਤੁਸੀਂ ਰਾਈਟ ਹੋ, ਚਿੰਤਿਤ ਹੋ ਜਾਣਗੇ, ਬਟ ਐਜ਼ ਅ ਰੋਲ ਆਫ ਕੰਸਲਟੈਂਟ ਦੋਨੋਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਜ਼ਰੂਰੀ ਨੇ। 6-5.5 ਬਿਲਕੁਲ ਅਪਲਾਈ ਕਰੋ, ਬਟ ਅਪਲਾਈ ਉੱਥੇ ਕਰੋ ਜਿਹੜੀ ਕੋਰਸ ਤੁਹਾਡੀ ਰੈਲੇਵੈਂਸੀ ਹੋਵੇ। ਬਟ 2019 ਦੇ ਵਿੱਚ ਮੈਂ ਇਹੋ ਜਿਹੇ ਰਿਫਿਊਜ਼ਲ ਲੈਟਰ ਦੇਖੇ, +2 ਆਰਟਸ ਕੀਤੀ ਹੈ, ਉਹ ਪੁਲਿਸ ਅਕੈਡਮੀ ਕੋਰਸ 'ਚ ਐਡਮਿਸ਼ਨ ਲੈ ਕੇ ਬੈਠਾ ਹੋਇਆ ਵੀ ਇਹ ਪੁਲਿਸ ਫਾਊਂਡੇਸ਼ਨ ਦਾ ਕੋਰਸ ਕਰਾਂਗਾ ਕਿਉਂਕਿ ਕੈਨੇਡਾ ਦੀ ਪੁਲਿਸ ਜੁਆਇਨ ਕਰਨੀ ਹੈ। ਹੁਣ ਉਹਨੂੰ ਵੀਜ਼ਾ ਕਿਵੇਂ ਮਿਲੇਗਾ? ਕਿਉਂਕਿ ਬੱਚੇ ਨੇ ਸਰਕਾਰੀ ਕਾਲਜ ਮੰਗਿਆ, ਉਹਨੇ ਸਰਕਾਰੀ ਕਾਲਜ ਦੇ ਦਿੱਤਾ, ਨਾ ਉਹਨੇ ਕੋਰਸ ਤੇ ਜ਼ੋਰ ਦਿੱਤਾ ਨਾ ਬੱਚੇ ਨੇ ਜ਼ੋਰ ਦਿੱਤਾ। ਬੱਚੇ ਦਾ ਕਿਹਾ ਵੀ ਮੰਨਿਆ ਗਿਆ, ਕੰਸਲਟੈਂਟ ਵੀ ਕਹਿੰਦਾ ਅੱਲਾ ਭਰਾ ਤੁਹਾਡਾ ਆ ਗਿਆ ਸਰਕਾਰੀ ਕਾਲਜ ਤੋਂ ਲਾਓ ਵੀਜ਼ਾ। ਵੀਜ਼ਾ ਨਹੀਂ ਆਇਆ, ਚਲੋ ਜਿਹਨੇ ਜੋ ਕਮਾਣਾ ਸੀ ਕਮਾ ਲਿਆ, ਜਿਹਨੇ ਜੋ ਗਵਾਣਾ ਸੀ ਗਵਾ ਲਿਆ। ਆਪਾਂ ਗਲਤੀਆਂ ਤੋਂ ਹੀ ਸਿੱਖਦੇ ਹਾਂ ਤੇ ਇਤਿਹਾਸ ਦੇ ਵਿੱਚ ਗਲਤੀਆਂ ਬਹੁਤ ਹੋਈਆਂ ਨੇ। 2019 ਦੇ ਵਿੱਚ ਜਦ ਇਹੋ ਜਿਹਾ ਦੌਰ ਆਇਆ ਸੀ, ਇਹ ਦੌਰ ਜ਼ਿਆਦਾ ਵੱਡਾ ਹੈ ਕਿਉਂਕਿ ਉਸ ਟਾਈਮ ਪੀਟੀ ਨਹੀਂ ਚੱਲਦੀ ਸੀ, ਅੱਜ ਪੀਟੀ ਵੀ ਚੱਲਦੀ ਹੈ। 60 ਪੀਟੀ, ਟੋਫਲ 83, ਆਲ 6 ਓਵਰਆਲ, ਤਾਂ ਇਹ ਵੋਲਿਊਮ ਬਹੁਤ ਜ਼ਿਆਦਾ ਵੱਡਾ ਹੋਏਗਾ। ਮੇਰੀ ਇੱਕੋ ਗਾਈਡੈਂਸ, ਡਰਨਾ ਬਿਲਕੁਲ ਨਹੀਂ ਹੈ। ਕੋਰਸ ਨੂੰ ਦੇਖੋ, ਤੁਹਾਡੀ ਕੋਰਸ ਦੀ ਰਿਲੇਵੈਂਸੀ ਕਿੱਥੇ ਮਿਲਦੀ ਹੈ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਅੱਜ ਤੱਕ ਸਰ ਨਾਲ ਜਿੰਨੇ ਸ਼ੋਅ ਕੀਤੇ, ਚਾਹੇ 7 ਬੈਂਡ ਵਾਲਾ ਬੱਚਾ, ਤੁਸੀਂ ਉਹਨੂੰ ਵੀ ਕੋਰਸ ਰਿਲੇਵੈਂਸੀ ਕਹਿ ਰਹੇ ਹੋ, ਤੁਸੀਂ 6 ਵਾਲੇ ਨੂੰ ਵੀ ਕੋਰਸ ਰਿਲੇਵੈਂਸੀ। ਐਬਸੋਲੂਟਲੀ। ਦੇਖੋ ਅੱਜ ਕੱਲ ਕੀ ਇੱਕ ਮੀਮ ਚੱਲਦੀ ਪਈ ਹੈ ਰੀਲਾਂ ਦੇ ਉੱਤੇ, ਉਸ 'ਚ ਤੁਸੀਂ ਦੇਖਿਆ ਵੀ ਹੋਣਾ ਸ਼ਾਇਦ, ਉਹ ਕਹਿੰਦੇ ਜੀ ਆਲਸ ਕੀ ਹੈ? ਉਹ ਕਹਿੰਦਾ ਜੀ ਆਲਸ ਕਿਸੇ ਗੋਰੇ ਨੇ ਬਣਾਇਆ ਸੀ ਕ੍ਰੈਸ਼ ਕੋਰਸ 3 ਮਹੀਨੇ ਪੜ੍ਹਨ ਵਾਸਤੇ, ਪਰ ਪੰਜਾਬੀਆਂ ਨੇ ਉਹਨੂੰ ਡਿਗਰੀ ਬਣਾਤੀ, 2-2 3-3 ਸਾਲ ਚੱਲਦੇ ਪਏ ਨੇ। ਹੁਣ ਇਹ ਆਇਲਸ ਦਾ ਟੈਸਟ ਤੁਹਾਡਾ 2 ਸਾਲ ਦੇ ਵਿੱਚ ਖਤਮ ਹੋ ਜਾਣਾ, ਪਰ ਜਿਹੜੀ ਕੁਆਲੀਫਿਕੇਸ਼ਨ ਲਿੱਤੀ ਹੈ ਉਹ ਨਹੀਂ ਖਤਮ ਹੋਣੀ। ਤਾਂ ਮੈਂ ਦੁਬਾਰਾ ਬੇਨਤੀ ਕਰਦਾ, ਉਹਨਾਂ ਨੂੰ ਅੰਗਰੇਜ਼ ਨਹੀਂ ਚਾਹੀਦੇ, ਉਹਨਾਂ ਕੋਲ ਭਰੇ ਪਏ ਹੈ। ਉਹਨਾਂ ਨੂੰ ਚਾਹੀਦਾ ਤੁਹਾਡੇ ਕੋਲ ਬੇਸਿਕ ਇੰਗਲਿਸ਼ ਹੋਵੇ ਕੋਰਸ ਕਰਨ ਲਈ, ਜੋ ਉਹਨਾਂ ਨੇ ਓਵਰਆਲ 6 ਰੱਖੀ ਹੈ ਜਾਂ 6 ਈਚ ਰੱਖੀ ਹੈ, ਡਿਪੈਂਡ ਕਿਹੜੀ ਯੂਨੀਵਰਸਿਟੀ ਕਾਲਜ ਜਾਂਦੇ ਹੋ, ਪਲੱਸ ਅਕੈਡਮਿਕ ਮਾਰਕਸ ਉਹ ਜ਼ਰੂਰੀ ਹੈ ਕਿਉਂਕਿ ਤੁਸੀਂ ਪੜ੍ਹਨ ਚੱਲੇ ਹੋ। ਹੁਣ ਜੇ ਜਿਹੜੇ ਤੁਸੀਂ ਅਕੈਡਮਿਕ ਮਾਰਕਸ ਤੁਹਾਡੇ ਹੈਗੇ ਨੇ, ਉਹਦੇ ਉਤਲਾ ਤੁਸੀਂ ਕੋਰਸ ਨਹੀਂ ਲਓਗੇ, ਉਹ ਤਾਂ ਫਿਰ ਪ੍ਰੋਬਲਮ ਏਰੀਆ ਹੈਗਾ ਹੀ ਹੈਗਾ। ਤੁਸੀਂ 12ਵੀਂ ਕੀਤੀ, 12ਵੀਂ ਤੋਂ ਬਾਅਦ ਡਿਗਰੀ ਕਰ ਲਈ, ਡਿਗਰੀ ਤੋਂ ਬਾਅਦ ਤੁਸੀਂ ਡਿਪਲੋਮਾ ਵੀ ਕਰੋ, ਕੋਈ ਦਿੱਕਤ ਨਹੀਂ ਹੈ, ਬਟ ਉਹ ਸਪੈਸ਼ਲਾਈਜ਼ ਤਾਂ ਹੋਵੇ। ਹੁਣ 90% ਕੇਸਿਸ ਮੈਂ ਕੀ ਦੇਖਿਆ, ਬੀਕਾਮ ਕੀਤੀ, ਬੀਕਾਮ ਤੋਂ ਬਾਅਦ ਡਿਪਲੋਮਾ ਬਿਜ਼ਨਸ ਲੈ ਲਿਆ, ਮਤਲਬ ਤੁਸੀਂ 3 ਸਾਲ ਦੀ ਡਿਗਰੀ ਨੂੰ ਮਿੱਟੀ ਕਰਤਾ ਵੀ ਜੋ ਮੈਂ ਇੱਥੇ ਕਾਮਰਸ ਪੜ੍ਹਿਆ ਜਾਂ BBA ਪੜ੍ਹਿਆ ਉਹ ਤਾਂ ਕਿਸੇ ਕੰਮ ਦੀ ਨਹੀਂ ਸੀਗੀ, ਤੇ SOP 'ਚ ਕੀ ਲਿਖਿਆ ਜਾਂਦਾ ਉੱਥੋਂ ਦੀ ਪੜ੍ਹਾਈ ਪ੍ਰੈਕਟੀਕਲ ਹੈ। ਠੀਕ ਹੈ, ਮਤਲਬ ਕੋਈ ਸਿਰ ਪੈਰ ਨਹੀਂ ਹੁੰਦਾ ਕਿਸੇ ਚੀਜ਼ ਦਾ। ਉਹ ਤੋਂ ਵਧੀਆ ਤੁਸੀਂ ਚੈਟ GPT ਤੋਂ SOP ਬਣਵਾ ਲਓ, ਉਹੀ ਤੁਹਾਨੂੰ SOP ਬਣਾ ਕੇ ਰੈਲੇਵੈਂਸੀ ਬਣਾ ਕੇ ਤੁਸੀਂ ਫਾਈਲ ਲੌਂਚ ਕਰੋ, ਫਿਰ ਵੀ ਵੀਜ਼ਾ ਚਾਂਸਸ ਥੋੜੇ ਵਧਣਗੇ। ਰਾਈਟ। ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਕਨਫਿਊਜ਼ਨ ਹੈਗੀ ਹੈ, ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕਾਲ ਕਰਕੇ ESS ਗਲੋਬਲ ਦੀ ਐਕਸਪਰਟ ਟੀਮ ਤੋਂ ਗਾਈਡੈਂਸ ਜਿਹੜੀ ਲੈ ਸਕਦੇ ਹੋ। ਸਾਡੇ ਕੋਲ ਸਮਾਂ ਬੜਾ ਲਿਮਿਟਡ ਹੁੰਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਜਿਹੜੇ ਸਵਾਲ ਨੇ ਅਸੀਂ ਉਹਨਾਂ ਦੇ ਜਵਾਬ ਦਈਏ। ਸੋ ਫਰੈਸ਼ਰ ਬੱਚਾ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਹੋਣਾ ਉਹਦਾ ਬਿਲਕੁਲ ਲਾਜ਼ਮੀ ਹੈ, ਪਰ ਕੋਰਸ ਰਿਲੇਵੈਂਸੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਪਹਿਲੂ ਹੋ ਜਾਏਗਾ। ਅੱਛੇ ਕੋਰਸ ਲੈਣਾ ਚਾਹੁੰਦੇ ਹੋ, ਲੋਕੇਸ਼ਨ ਕਿੰਨਾ ਇੰਪੈਕਟ ਕਰੇਗੀ ਇਹਦੇ ਉੱਪਰ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਪਰ ਜਿਹੜੇ ਬੱਚੇ ਆਲਰੇਡੀ ਰਿਜੈਕਟ ਹੋਏ ਨੇ, ਉਹਨਾਂ ਬੱਚਿਆਂ ਦਾ ਹੁਣ ਫਿਊਚਰ ਕਿਵੇਂ ਦੇਖ ਰਹੇ ਹੋ? ਫਿਰ ਉਹ ਦੁਬਾਰਾ ਫਿਰ ਰਿਜੈਕਸ਼ਨ ਦੇ ਘੇਰੇ 'ਚ ਚੱਲੀ ਜਾਣਗੇ? ਦੇਖੋ, ਜਦ ਤੱਕ ਉਹ ਪ੍ਰੋਬਲਮ ਨੂੰ ਸਿਰੋਂ ਨਹੀਂ ਫੜਨਗੇ, ਦੈਟ ਇਜ਼ ਕੋਰਸ, ਤਦ ਤੱਕ ਤੁਹਾਡਾ ਦੌਰ ਚੱਲਣਾ ਹੀ ਚੱਲਣਾ ਹੈ। ਅੱਜ 10 ਤਰੀਕ ਤੋਂ ਪਹਿਲਾਂ ਇਹੋ ਜਿਹੇ ਰਿਜੈਕਸ਼ਨ ਆਈ ਸੀ, ਜਾਂ ਹਜੇ ਵੀ ਜਿਹੜੇ ਨੌਨ SGS ਨੇ PT 58-57 ਵਾਲੇ ਕੇਸਿਸ, ਹਜੇ ਵੀ ਉਹ ਰਿਜੈਕਸ਼ਨ ਦੇ ਨਾਰਮਲੀ 3 ਕਾਰਨ ਆਉਂਦੇ ਪਏ ਜੀ। ਤੁਹਾਡੀ ਲੈਂਗੁਏਜ ਐਬਿਲਿਟੀ, ਤੁਸੀਂ ਵਾਪਸ ਨਹੀਂ ਆਓਗੇ, ਐਂਡ ਤੁਹਾਡਾ ਕੋਰਸ ਜਿਹੜਾ ਹੈ ਉਹ ਸਹੀ ਨਹੀਂ ਹੈ। ਇਹ ਤਿੰਨੋਂ ਕੰਬੀਨੇਸ਼ਨ ਚਾਹੁੰਦੇ ਨੇ, ਠੀਕ ਹੈ, ਕਿਉਂਕਿ ਨੌਨ SGS ਪ੍ਰੋਫਾਈਲ ਹੈ। ਜਿਹੜਾ SGS ਪ੍ਰੋਫਾਈਲ ਹੈ ਉਹ ਨਾਰਮਲੀ ਇੱਕੋ ਰੀਜ਼ਨ ਤੇ ਆਉਂਦਾ, ਪਰਪਸ ਆਫ ਵਿਜ਼ਿਟ, ਇੱਕੋ ਰੀਜ਼ਨ ਨਾਰਮਲੀ ਆਉਂਦਾ। ਤਾਂ ਉਹਨੂੰ ਤੁਸੀਂ ਤਾਂ ਹੀ ਫਾਈਟ ਕਰ ਸਕਦੇ ਹੋ ਜੇ ਤੁਸੀਂ ਆਪਣੇ SOP ਦੇ ਉੱਤੇ ਕੰਮ ਕਰੋਗੇ ਐਂਡ ਕੋਰਸ ਸਿਲੈਕਸ਼ਨ ਉੱਤੇ ਕੰਮ ਕਰੋਗੇ। ਐਡਵਾਂਟੇਜ ਪਤਾ ਕੀ ਹੈ ਜੀ ਕੈਨੇਡਾ ਦੀ? ਕੈਨੇਡਾ ਇਕਲੌਤਾ ਕੰਟਰੀ ਹੈ ਜਿਹੜਾ ਤੁਹਾਨੂੰ ਫਾਈਲਿੰਗ ਤੋਂ ਬਾਅਦ ਰੀਫਾਈਲਿੰਗ ਤੋਂ ਬਾਅਦ ਰੀਫਾਈਲਿੰਗ ਕਰਨ ਦੀ ਇਜਾਜ਼ਤ ਦਿੰਦਾ, ਪਲੱਸ ਸਕੋਪ ਲੈ ਕੇ ਚੱਲਦਾ ਵੀ ਹਾਂਜੀ ਤੁਸੀਂ ਅਗਲੀ ਵਾਰ ਫਾਈਲ ਦੇ ਵਿੱਚ
ਕੁਝ ਵੱਖਰੀ ਇਨਫੋਰਮੇਸ਼ਨ ਦਿਓ, ਅਸੀਂ ਤੁਹਾਡਾ ਵੀਜ਼ਾ ਦੇਵਾਂਗੇ। ਠੀਕ ਹੈ। ਤਾਂ ਦੈਟ ਇਜ਼ ਉਹ ਇਨਕਰੇਜਮੈਂਟ ਔਰ ਡਿਸਕਰੇਜਮੈਂਟ ਨਹੀਂ ਹੈਗਾ। ਹਰ ਵਾਰ 9,000 ਰੁਪਏ ਦਾ ਸਵਾਲ ਆ, ਕੋਈ ਜ਼ਿਆਦਾ ਵੱਡਾ ਸਵਾਲ ਨਹੀਂ ਹੈਗਾ। ਪਹਿਲੀ ਵਾਰ 12,000 ਲੱਗਦੇ ਨੇ ਕਿਉਂਕਿ ਬਾਇਓਮੈਟ੍ਰਿਕ, ਅਗਲੀ ਵਾਰ 9 ਤੋਂ 9500 ਲੱਗਦਾ। ਰਾਈਟ, ਤੁਸੀਂ ਸਾਡਾ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਦੇ ਫੇਸਬੁੱਕ ਔਰ YouTube ਪੇਜ ਦੇ ਉੱਪਰ ਵੀ ਦੇਖ ਸਕਦੇ ਹੋ, ਤੁਸੀਂ ਇੰਸਟਾਗ੍ਰam ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ। ਸਰ, ਜਿਹੜਾ ਅਸੀਂ ਲਾਈਵ ਸੈਸ਼ਨ ਫੇਸਬੁੱਕ ਉੱਪਰ ਕੀਤਾ ਸੀ, ਉਦੋਂ ਕੁਝ ਇੱਕ ਸਟੂਡੈਂਟ ਦੇ ਸਵਾਲ ਆਏ ਸੀ SOP ਨੂੰ ਲੈ ਕੇ। ਕੁਐਸਚਨ ਸੀ ਇੱਕ ਸਟੂਡੈਂਟ ਦਾ, ਹਰਮੀਤ ਦਾ, ਕਿ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ SOP ਨੂੰ ਕਿਤੇ ਵੀ ਇੱਕ ਖਾਸ ਡਾਕੂਮੈਂਟ ਜਿਹੜਾ ਨਹੀਂ ਕੀਤਾ ਗਿਆ ਹੈਗਾ, ਵੀ ਇੱਕ ਐਡੀਸ਼ਨਲ ਡਾਕੂਮੈਂਟ ਹੈ। ਤੇ ਮੈਂ ਕੁਝ ਕੰਸਲਟੈਂਟ ਨਾਲ ਗੱਲ ਕੀਤੀ, ਉਹ ਕਹਿੰਦੇ SOP ਜ਼ਰੂਰੀ ਹੈ, ਤੇ ਉੱਥੇ ਕੁਝ ਦਾ ਕਹਿਣਾ ਹੈ ਕਿ ਇੱਕ ਐਡੀਸ਼ਨਲ ਡਾਕੂਮੈਂਟ ਹੈ, ਤੁਸੀਂ ਲਾ ਦੋਗੇ ਤਾਂ ਵੀ ਓਕੇ, ਨਹੀਂ ਲਾਓਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਇਸ ਦਾ ਸਕਸੈਸ ਰੇਟ ਉੱਪਰ ਕੋਈ ਇੰਪੈਕਟ ਨਹੀਂ ਪੈਂਦਾ। ਤੁਹਾਡਾ ਕੀ ਓਪੀਨੀਅਨ ਹੈ? ਦੇਖੋ, ਇਹਨੂੰ ਦੋ ਤਰੀਕੇ ਨਾਲ ਲੈ ਕੇ ਚੱਲਦਾ। ਜਿਵੇਂ ਅੱਜ ਦੀ ਡੇਟ 'ਚ ਸਾਰੇ ਬੱਚਿਆਂ ਨੂੰ, ਸਾਰੇ ਕੰਸਲਟੈਂਟ ਨੂੰ ਪਤਾ ਹੈ ਅੰਬੈਸੀ ਆਪਣੇ ਸਿਸਟਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਲੈ ਕੇ ਆਂਦੀ ਪਈ ਹੈ। ਆਸਟ੍ਰੇਲੀਆ ਦੇ ਵਿੱਚ ਆਟੋ ਗ੍ਰਾਂਟ, ਆਟੋ ਰਿਫਿਊਜ਼ਲ ਆਣਾ ਇਸੇ ਦਾ ਸਬੂਤ ਹੈ। ਨਹੀਂ ਤਾਂ 1 ਸੈਕਿੰਡ ਦੇ ਵਿੱਚ ਕੋਈ ਫਾਈਲ ਤੇ ਬੈਠ ਕੇ ਅਪਰੂਵਲ ਨਹੀਂ ਦਿੰਦਾ, ਕਿਉਂਕਿ ਆਟੋ ਗ੍ਰਾਂਟ ਹੈ। ਕੈਨੇਡਾ ਵਿੱਚ ਇਹ ਚੀਜ਼ ਬੜੀ ਦੇਰ ਤੋਂ ਪਤਾ ਸੀ ਆਪਾਂ ਨੂੰ। ਜਦ ਸ਼ਨੂਕ ਆਇਆ ਸੀ 3-4 ਸਾਲ ਪਹਿਲਾਂ, ਗੱਲਾਂ ਆਉਣੀ ਸ਼ੁਰੂ ਹੋਈ ਸੀ ਕੋਵਿਡ ਤੋਂ ਇਮੀਡੀਏਟਲੀ ਬਾਅਦ, ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ 2019 ਅਕਤੂਬਰ ਤੋਂ ਬਾਅਦ ਪਟਾਕੇ ਪਾਣੇ ਸ਼ੁਰੂ ਕਰਤੇ। ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਅੰਬੈਸੀ ਯੂਜ਼ ਕਰਦੀ ਪਈ ਹੈ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਸਰਟਨ ਡਾਕੂਮੈਂਟ ਤੇ ਚੱਲਦੀ ਹੈ, ਚੈੱਕਲਿਸਟ ਤੇ ਚੱਲਦੀ ਹੈ, ਅੰਡਰਸਟੈਂਡਿੰਗ ਤੇ ਨਹੀਂ ਚੱਲਦੀ। ਦੈਟ ਮੀਨ ਕੋਈ ਇਮੋਸ਼ਨ ਨਹੀਂ ਜੁੜਿਆ ਹੋਇਆ। ਉਹਦੇ ਕੋਲ ਟਿਕ ਬਾਕਸ ਕਰਨ ਵਾਲੇ 4 ਚੀਜ਼ਾਂ ਹੋਣਗੀਆਂ, ਮੰਨ ਲਓ 4 'ਚ ਟਿਕ ਹੋਇਆ ਤਾਂ ਵੀਜ਼ਾ ਆ ਜਾਊਗਾ, ਨਹੀਂ ਹੋਇਆ ਤਾਂ ਅੱਗੇ ਫਾਰਵਰਡ ਹੋ ਜਾਊਗਾ। ਕੈਨੇਡਾ ਵਿੱਚੋਂ ਬੜੀ ਵੱਖਰੀ ਵੱਖਰੀ ਸਟੇਟਮੈਂਟਾਂ ਆਉਂਦੀਆਂ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਕੋਈ ਕਹਿੰਦਾ ਇਹ ਆਪੇ ਹੀ ਡਿਸਾਈਡ ਕਰ ਲੈਂਦਾ ਰਿਜੈਕਸ਼ਨ ਜਾਂ ਅਪਰੂਵਲ। ਕੋਈ ਕਹਿੰਦਾ ਹੈ ਇਹ ਵੀਜ਼ਾ ਆਫਿਸਰ ਨੂੰ ਪ੍ਰੈਜ਼ੈਂਟ ਕਰਕੇ ਦਿੰਦਾ, ਵੀ ਕਰਕਸ ਕੱਢ ਕੇ ਦਿੰਦਾ, ਆ ਲਓ ਆਹ ਫਾਈਲ 'ਚ ਕਰਕਸ ਹੈ, ਹੁਣ ਤੁਹਾਡੀ ਸਪੀਡ ਫੜੀ ਜਾਊਗੀ, ਤੁਸੀਂ ਆਪੇ ਡਿਸਾਈਡ ਕਰੋ। ਹੁਣ SOP ਦੀ ਇੰਪੋਰਟੈਂਸ ਉਦੋਂ ਆਉਂਦੀ ਹੈ ਜਦ ਉਹ SOP ਵੀਜ਼ਾ ਆਫਿਸਰ ਕੋਲ ਜਾਂਦਾ। SOP ਦੇ ਵਿੱਚ ਇਹਨੂੰ ਸਟੱਡੀ ਪਲਾਨ ਵੀ ਕਿਹਾ ਜਾਂਦਾ ਕੈਨੇਡਾ ਦੀ ਚੈੱਕਲਿਸਟ ਦੇ ਵਿੱਚ, ਜਿਸ ਵਿੱਚ ਤੁਸੀਂ ਆਪਣਾ ਇੰਟੈਂਸ਼ਨ ਦੱਸਣੀ ਹੈ ਪਰਟੀਕੂਲਰ ਕੋਰਸ ਦੀ ਐਂਡ ਆਲ ਦੈਟ। ਮੇਰੇ ਲਈ, ਮੇਰੀ ਫਾਈਲਿੰਗ ਵਾਸਤੇ ਇਹ ਡਾਕੂਮੈਂਟ ਮੈਂਡੇਟ ਹੈ। ਕਿਉਂ? ਕਿਉਂਕਿ ਉੱਥੇ ਮੈਨੂੰ ਆਪ ਜਾ ਕੇ ਐਕਸਪਲੇਨ ਕਰਨ ਦਾ ਮੌਕਾ ਨਹੀਂ ਮਿਲਦਾ ਪਿਆ। ਮੇਰੇ ਕਾਗਜ਼ਾਂ 'ਚ 7 ਬੈਂਡ ਹੋਣਗੇ, 90% ਨੰਬਰ ਹੋਣਗੇ, ਪਰ ਫਿਰ ਵੀ ਵੀਜ਼ਾ ਆਫਿਸਰ ਕੋਲ ਕਲੈਰਿਟੀ ਨਹੀਂ ਨਾ ਹੋਈ, ਉਹਨੇ ਵੀਜ਼ਾ ਆਫਿਸਰ ਰਿਜੈਕਟ ਕਰ ਦੇਣਾ, ਕਿਉਂਕਿ ਕੁਝ ਚੀਜ਼ਾਂ ਕਾਗਜ਼ ਤੋਂ ਹਟ ਕੇ ਵੀ ਹੁੰਦੀਆਂ ਨੇ। ਇਸੇ ਕਰਕੇ ਤੁਸੀਂ ਆਮ ਸੁਣਿਆ ਹੋਊਗਾ, ਮੇਰੇ ਦੋਸਤ ਦੇ 50% ਨੰਬਰ ਸੀ, ਉਹਦਾ ਵੀਜ਼ਾ ਲੱਗ ਗਿਆ, ਮੇਰੇ 70% ਹੋਣ ਤੋਂ ਬਾਅਦ ਰਿਜੈਕਟ ਹੋ ਗਿਆ। ਨੰਬਰ ਇੱਕ ਰਿਪੋਰਟ ਕਾਰਡ ਹੈ, ਅੰਡਰਸਟੈਂਡ। ਰਿਪੋਰਟ ਕਾਰਡ ਮੀਨ 50% ਨੰਬਰ ਹੈ, ਤੁਸੀਂ ਕੈਨੇਡਾ ਜਾਣ ਜੋਗੇ ਹੈਗੇ ਹੋ, ਕੈਨੇਡਾ ਜਾਣ ਜੋਗੇ ਹੈਗੇ ਹੋ, ਪਰਫੈਕਟ ਹੋ ਗਿਆ ਜੀ। ਐਟ ਦ ਸੇਮ ਟਾਈਮ ਜਿਹੜੀ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਹੈ, ਤੁਹਾਡੇ 12th ਦੇ ਡਾਕੂਮੈਂਟੇਸ਼ਨ ਹਰੇਕ ਫਾਈਲ 'ਚ ਹੁੰਦੇ ਨੇ ਜੀ, ਤੁਹਾਡੇ ਗ੍ਰੈਜੂਏਸ਼ਨ ਹਰੇਕ ਫਾਈਲ 'ਚ ਹੋਏਗਾ, ਆਇਲਸ ਹਰੇਕ ਫਾਈਲ 'ਚ ਹੋਏਗਾ, GIC ਹਰੇਕ ਫਾਈਲ 'ਚ ਹੋਏਗਾ, ਮੈਡੀਕਲ ਹਰੇਕ ਫਾਈਲ 'ਚ ਹੋਏਗਾ। ਫਰਕ ਕਿੱਥੇ ਆਉਂਦਾ? ਸ਼ਾਇਦ ਤੁਹਾਡੇ ਪ੍ਰਾਪਰਟੀ ਦੀ ਵੈਲਿਊਏਸ਼ਨ ਲੱਗੀ ਹੈ, ਸ਼ਾਇਦ ਨਹੀਂ ਲੱਗੀ, ਡਿਪੈਂਡ SGS ਹੈ ਕਿ ਨਾਨ SGS ਹੈ, ਔਰ ਰੀਫਾਈਲਿੰਗ ਹੈ ਜਾਂ ਨਹੀਂ ਹੈ, ਫੰਡਿੰਗ ਲੱਗੀ ਹੈ ਕਿ ਨਹੀਂ ਲੱਗੀ ਹੈ। ਬਟ ਸਟੱਡੀ ਪਲਾਨ ਇੱਕ ਉਹ ਡਾਕੂਮੈਂਟੇਸ਼ਨ ਹੈ ਜਿਹੜਾ ਡਿਫਰੈਂਸ ਪਾ ਸਕਦਾ ਹੈ, ਤੇ ਉਹ ਪਾਉਂਦਾ ਟੂ ਬੀ ਓਨੈਸਟ, ਕਿਉਂਕਿ 3-4 ਵਾਰ ਜਾਂ ਰਿਜੈਕਸ਼ਨ ਤੋਂ ਬਾਅਦ ਤੁਹਾਡਾ ਵੀਜ਼ਾ ਆਉਂਦਾ ਨਾ, ਉਸ ਟਾਈਮ ਤੇ ਉਹ ਉਹਨੂੰ ਜ਼ਰੂਰ ਚੈੱਕ ਕਰਦੇ ਨੇ। ਤੁਸੀਂ ਕੈਨੇਡਾ ਟੂਰਿਸਟ ਵੀਜ਼ਾ ਦੇਖ ਲਓ, ਤੁਹਾਡੇ ਰਿਟਰਨਾਂ 30 ਲੱਖ ਦੀਆਂ ਹੋਣਗੀਆਂ, ਆਟੋਮੈਟਿਕ ਵੀਜ਼ਾ ਵਿਦਆਊਟ ਕਵਰਿੰਗ ਲੈਟਰ ਨਹੀਂ ਆਏਗਾ। ਜਦ ਤੱਕ ਤੁਸੀਂ ਕਵਰਿੰਗ ਲੈਟਰ ਨਹੀਂ ਭੇਜੋਗੇ, ਵੀਜ਼ਾ ਆਫਿਸਰ ਨੂੰ ਫਾਈਲ ਪੇਸ਼ ਨਹੀਂ ਕਰੋਗੇ। ਦਿਸ ਇਜ਼ ਦਾ ਸੀਰੀਜ਼ ਆਫ ਡਾਕੂਮੈਂਟ। ਇਹਨੂੰ ਇਸ ਤਰ੍ਹਾਂ ਦੇਖੋ ਤਾਂ ਸਾਡੀ ਟਰਾਂਸਲੇਸ਼ਨ ਉੱਥੇ ਜਾਣ ਦੀ, ਘੁੰਮਣ ਫਿਰਨ ਕੇ, ਪੈਸਾ ਖਰਚ ਕੇ, ਸ਼ਾਪਿੰਗ ਕਰਕੇ ਇੰਡੀਆ ਆਉਂਦੀ ਹੈਗੀ ਹੈ। ਉਹੀ ਤਰੀਕਾ ਤੁਹਾਡੇ ਕੋਰਸ ਦਾ ਹੈਗਾ। ਕੋਰਸ ਕਿਉਂ ਕਰਨ ਜਾਂਦੇ ਪਏ ਹੋ, ਕੈਨੇਡਾ ਹੀ ਕਿਉਂ, ਐਕਸੈਕਟਰਾ ਜਿਹੜਾ ਵੀ ਪੈਰਾਮੀਟਰ ਹੈ ਇੱਕ SOP ਦਾ, ਬਟ ਉਹ ਜੇ ਮੈਂਡੇਟ ਨਹੀਂ ਹੈ ਨਾ, ਪਰ ਹਾਈਲੀ ਰეკਮੈਂਡਡ ਜ਼ਰੂਰ ਹੈ। ਇਹ ਤੋਂ ਬਗੈਰ ਫਾਈਲ ਲਾਈ, ਉਹ ਆਪ ਹੀ ਤੁਸੀਂ ਰਿਜੈਕਸ਼ਨ ਨੂੰ ਨਿਯੋਤਾ ਦਿੰਦੇ ਪਏ ਹੋ। ਠੀਕ ਹੈ, ਕਿਸਮਤ ਦਾ ਧਨੀ ਦਾ ਹੋਊਗਾ ਜਿਹਦਾ ਵੀਜ਼ਾ ਆ ਜਾਊਗਾ, ਅਦਰਵਾਈਜ਼ ਰਿਜੈਕਟ ਹੋਊਗਾ, ਕਿਉਂਕਿ ਤੁਹਾਡੇ ਵਰਗੀ ਪ੍ਰੋਫਾਈਲਾਂ ਉਹਨਾਂ ਕੋਲ ਬਹੁਤ ਜ਼ਿਆਦਾ ਨੇ। 90% ਹੋਣਗੇ, 90% ਅੱਜ ਦੀ ਡੇਟ 'ਚ ਕਿਸੇ ਗਿਣਤੀ 'ਚ ਨਹੀਂ ਆਉਂਦੇ ਇੰਡੀਆ ਦੇ ਵਿੱਚ। ਰਾਈਟ। STS ਕੈਟਾਗਰੀ ਦੇ ਵਿੱਚ ਜੇ ਆਪਾਂ ਫੰਡਸ ਦੀ ਗੱਲ ਕਰ ਲਈਏ ਤਾਂ ਆਪਾਂ GIC ਜਿਹੜਾ ਹੈ ਉਹ ਦਿੰਦੇ ਹੁੰਦੇ ਸੀਗੇ, ਵੀ GIC ਜਾਂਦਾ ਹੈ। ਪਿੱਛੇ ਜੇ ਜਦੋਂ ਬੱਚਿਆਂ ਦੀ ਰਿਜੈਕਸ਼ਨਸ ਆਈਆਂ, ਬਹੁਤ ਸਾਰੇ ਕੰਸਲਟੈਂਟ ਨੇ ਕਿਹਾ ਕਿ ਤੁਸੀਂ ਨਾਲ ਨਾਲ ਆਪਣਾ ਅਪਕਮਿੰਗ ਈਅਰ ਦਾ ਜਿਹੜਾ ਪਲਾਨ ਹੈ ਉਹ ਵੀ ਉਹਨਾਂ ਨੂੰ ਸ਼ੋਅ ਕਰੋ, ਉਸ ਨਾਲ ਸਕਸੈਸ ਰੇਟ ਦੇਖਣ ਨੂੰ ਮਿਲੇਗਾ। ਆਏ ਵੀਜ਼ਾ ਵੀ ਆਏ, ਨਹੀਂ ਵੀ ਆਏ, ਬਹੁਤ ਚੀਜ਼ਾਂ ਹੋਈਆਂ। ਹੁਣ ਅੱਜ ਦੀ ਤਰੀਕ ਦੇ ਵਿੱਚ ਕੀ ਇਹ ਚੀਜ਼ਾਂ ਦੋਨੋਂ ਹੀ ਸ਼ੋਅ ਕਰਨ ਦੀ ਜ਼ਰੂਰਤ ਰਹੇਗੀ, ਜਾਂ ਫਿਰ ਕੱਲਾ GIC ਨਾਲ ਹੀ ਗੁਜ਼ਾਰਾ ਹੋਏਗਾ, ਚਾਹੇ PT ਵਾਲਾ ਬੱਚਾ ਹੈ, ਚਾਹੇ TOEFL ਵਾਲਾ ਬੱਚਾ ਹੈ? ਤੇ ਕੀ ਆਪਸ਼ਨਸ GCK ਦੇ ਉੱਪਰ ਓਪਨ ਹੋ ਚੁੱਕੀਆਂ ਨੇ, ਵੀ ਜਿਹੜੇ ਟੈਸਟ ਹੁਣ ਅਸੈਪਟ ਹੋਣ ਲੱਗੇ ਨੇ? ਦੇਖੋ, ਪਹਿਲੇ ਕੁਐਸਚਨ ਦਾ ਆਨਸਰ ਦਿੰਦਾ ਜੀ। ਜਿਹੜਾ ਮੇਰੀ ਅੰਡਰਸਟੈਂਡਿੰਗ, ਮੇਰਾ ਐਕਸਪੀਰੀਅੰਸ ਕਹਿੰਦਾ, ਮੈਂ ਫਾਈਨੈਂਸ਼ੀਅਲਸ ਔਰ ਪੇਮੈਂਟ ਪਲਾਨ
ਸਿਰਫ ਨਾਨ ਐਸਜੀਐਸ ਦੇ ਵਿੱਚ ਲਾਇਆ ਜਾਂਦਾ ਕਿਉਂਕਿ ਨਾਨ ਐਸਜੀਐਸ ਦੇ ਵਿੱਚ ਉਹ ਚੀਜ਼ ਮੰਗੀ ਗਈ ਹੈ। ਨਾਨ ਐਸਜੀਐਸ ਕਿਸੇ ਕਾਰਨ ਹੁੰਦਾ ਹੈ, ਤੁਹਾਡੀ ਕਮਜ਼ੋਰੀ ਹੈ ਨਾਨ ਐਸਜੀਐਸ, ਤੁਹਾਡੇ ਕੋਲ ਇੰਗਲਿਸ਼ ਦੀ ਉਹ ਰਿਕੁਆਇਰ ਬੈਂਡ ਨਹੀਂ ਹੈਗੇ, ਤੁਸੀਂ GIC ਨਹੀਂ ਕਰਾਇਆ, ਤੁਸੀਂ ਫੀਸ ਨਹੀਂ ਪੂਰੀ ਦਿੱਤੀ, ਉਹ ਤੁਹਾਡੀ ਫਾਈਲ ਦੀ ਕਮਜ਼ੋਰੀ ਹੈ। ਹੁਣ ਜੇ ਇੱਕ ਵੀਜ਼ਾ ਅਫਸਰ ਕੋਲ 2 ਤਰੀਕੇ ਦੀ ਫਾਈਲਾਂ ਗਈਆਂ ਐਸਜੀਐਸ ਐਂਡ ਨਾਨ ਐਸਜੀਐਸ, ਤੇ ਮੇਰਾ ਘਰ ਐਸਜੀਐਸ ਦੇ ਨਾਲ ਹੀ ਪੂਰਾ ਹੁੰਦਾ ਹੈ, ਮੈਂ ਨਾਨ ਐਸਜੀਐਸ ਵਾਲੇ ਪਾਸੇ ਦੇਖੂੰਗਾ ਵੀ ਨਹੀਂ। ਅੰਡਰਸਟੂਡ, ਮਤਲਬ ਉੱਥੇ ਅਪਰੂਵਲ ਰੇਟ ਕਿਤੇ ਨਾ ਕਿਤੇ ਸਫਰ ਕਰੇਗਾ। ਤਾਂ ਜੇ ਤੁਸੀਂ ਰੀਫਾਈਲਿੰਗ ਕਰਦੇ ਪਏ ਹੋ ਐਂਡ ਉਹਦਾ ਕੰਸਰਨ ਰਿਫਿਊਜ਼ਲ ਲੈਟਰ ਦੇ ਵਿੱਚ ਆਇਆ ਹੈ ਦੈਟ ਤੁਸੀਂ ਉੱਥੇ ਜਾ ਕੇ ਤੁਸੀਂ ਵਾਪਸ ਨਹੀਂ ਆਉਂਗੇ, ਆਂਦਾ ਦੈਟ ਯੂ ਵਿਲ ਨਾਟ ਰਿਟਰਨ ਟੂ ਯੂਰ ਹੋਮ ਕੰਟਰੀ, ਕੋਈ ਕੇਸ 'ਚ ਲਿਖਿਆ ਆਂਦਾ, ਕੋਈ ਰਿਜੈਕਸ਼ਨ ਲੈਟਰ ਤੇ ਲਿਖਿਆ ਆ ਜਾਂਦਾ ਹੈ, ਉਸ ਕੇਸ ਦੇ ਵਿੱਚ ਆਪਣੇ ਆਪ ਨੂੰ ਜ਼ਰੂਰ ਪ੍ਰੈਜ਼ੈਂਟ ਕਰੋ ਤੁਸੀਂ ਕਿੰਨੇ ਪੱਕੀ ਪੈਰ ਹੋ। ਉਹਦੇ ਵਿੱਚ ਪੇਮੈਂਟ ਪਲਾਨ ਜ਼ਰੂਰ ਹੋਣਾ ਚਾਹੀਦਾ ਹੈ, ਉਹ ਚਾਹੇ ਤੁਹਾਡੇ ਫਾਈਨੈਂਸ਼ੀਅਲ ਐਸੈਟ ਹੋ ਜਾਣ, ਤੁਹਾਡੀ ਇਨਵੈਸਟਮੈਂਟਸ ਹੋ ਜਾਣ, ਤੁਹਾਡੀ ਪ੍ਰਾਪਰਟੀ ਹੋ ਜੇ ਐਂਡ ਸੋ ਔਨ। ਉਹਨੂੰ ਪ੍ਰੈਜ਼ੈਂਟ ਕਰਨਾ ਵੀ ਇੱਕ ਆਰਟ ਹੈ। ਪੇਮੈਂਟ ਪਲਾਨ ਦਾ ਇੱਕ ਪੂਰਾ ਟੇਬਲ ਬਣਦਾ ਹੈ, ਕੀ ਖਰਚਾ, ਕੀ ਐਕਸਪੈਕਟ ਕੀਤਾ ਜਾਂਦਾ ਮੇਰੇ ਤੋਂ, ਕਿੱਥੇ ਮੈਂ ਇੰਡੀਆ ਤੋਂ ਜੇ ਲੋੜ ਪਈ ਤਾਂ ਲੈ ਕੇ ਜਾਵਾਂਗਾ। ਬਟ ਤੁਹਾਡੇ ਪ੍ਰੈਜੈਂਟੇਸ਼ਨ ਤੇ ਮੈਟਰ ਕਰਦਾ, ਬਟ ਆਈ ਵੁੱਡ ਰეკਮੈਂਡ ਇਨ ਸੈਕੰਡ ਫਾਈਲਿੰਗ ਔਰ ਥਰਡ ਫਾਈਲਿੰਗ, ਨਾਟ ਇਨ ਅ ਫਸਟ ਫਾਈਲਿੰਗ ਇਨ ਐਸਜੀਐਸ ਕੁਆਲੀਫਾਈਂਗ। ਠੀਕ ਹੈ, ਉਹਦੀ ਲੋੜ ਨਹੀਂ ਹੈ। ਰਿਜੈਕਸ਼ਨ ਤੋਂ ਬਾਅਦ ਹੀ ਦੇਖਾਂਗੇ ਵੀ ਐਬਸੋਲੂਟਲੀ, ਕਿਉਂਕਿ ਜੇ ਉਹਦਾ ਸ਼ੱਕ ਹੈ ਉਹਨੂੰ ਸ਼ੱਕ ਦੂਰ ਕਰਨ ਲਈ ਕਾਗਜ਼ ਦੇਵਾਂਗੇ। ਠੀਕ ਹੈ, ਕਿਉਂਕਿ ਉਹਦਾ ਲਿਖਿਆ ਹੁੰਦਾ ਨੀਚੇ ਦੈਟ ਰਿਜੈਕਸ਼ਨ ਦੇ ਵਿੱਚ ਜੇ ਤੁਹਾਡੇ ਕੋਲ ਨਵੀਂ ਇਨਫੋਰਮੇਸ਼ਨ ਹੈਗੀ ਹੈ ਸਪਲਾਈ ਕਰਨ ਨੂੰ ਜਾਂ ਨਵੇਂ ਡਾਕੂਮੈਂਟ ਹੈ, ਫਿਰ ਤੁਸੀਂ ਜੀ ਸੱਦ ਕੇ ਰੀਅਪਲਾਈ ਕਰੋ, ਅਸੀਂ ਤੁਹਾਡੇ ਐਪਲੀਕੇਸ਼ਨ ਨੂੰ ਪੈਰਾਮੀਟਰ ਨੂੰ ਦੇਖਾਂਗੇ ਨਵੇਂ ਤਰੀਕੇ। ਪਰ ਬਹੁਤ ਸਾਰੇ ਕੇਸਸ ਰੋਹਿਤ ਸਰ ਰੀਜ਼ਨ ਇਹ ਦਿੱਤਾ ਜਾਂਦਾ ਵੀ ਵਾਪਸ ਤੁਸੀਂ ਆਪਣੇ ਹੋਮ ਕੰਟਰੀ ਨਹੀਂ ਪਰਤਣਾ ਹੈਗਾ, ਉਹ ਕਾਮਨ ਜਿਹਾ ਰੀਜ਼ਨ ਹੈ, ਜ਼ਿਆਦਾਤਰ ਪ੍ਰੋਫਾਈਲ ਤੇ ਹੁੰਦਾ। ਹੁਣ ਜਿਹੜੀ ਵੀ ਪ੍ਰੋਫਾਈਲ ਤੇ ਆਏਗਾ ਸਾਨੂੰ ਇਹੀ ਚੀਜ਼ ਸ਼ੋਅ ਕਰਨ ਦੀ ਲੋੜ ਹੈ ਜਾਂ ਕੁਝ ਹੋਰ ਚੀਜ਼ਾਂ ਵੀ ਫਿਰ ਨਾਲ ਐਡ ਆਨ ਹੋਣਗੀਆਂ? ਦੇਖੋ ਇਹਦੇ ਨਾਲ ਇੱਕ ਆਂਦਾ ਪਰਪਸ ਆਫ ਵਿਜ਼ਿਟ, ਦੈਟ ਤੁਸੀਂ ਉੱਥੇ ਕਰਨ ਕੀ ਆ ਰਹੇ ਹੋ, ਇਹ ਕਦੇ ਕਦੇ ਕਲੀਅਰ ਨਹੀਂ ਹੁੰਦਾ। ਤਾਂ ਇਹ ਕੰਬੀਨੇਸ਼ਨ ਆਫ ਮਲਟੀਪਲ ਫੈਕਟਰਸ ਹੈ ਜੀ। ਪਹਿਲਾ ਅਗੇਨ ਵਾਪਸ ਆਣਾ, ਮੇਰਾ ਫੇਵਰੇਟ ਵਰਡ ਕੋਰਸ। ਜੋ ਕੋਰਸ ਇੰਡੀਆ 'ਚ ਮਿਲਦਾ ਹੈ, ਸਸਤਾ ਮਿਲਦਾ ਹੈ, ਮੈਂ ਨਹੀਂ ਕਰਨਾ ਚਾਹੁੰਦਾ, ਉਹਦੇ ਕਾਰਨ ਉੱਥੇ ਕਿਉਂ ਕਰਨਾ ਹੈ। ਪਲੱਸ ਉਸ ਤੋਂ ਬਾਅਦ ਮੇਰੇ ਕੋਲ ਇੰਡੀਆ ਦੇ ਵਿੱਚ ਕਿਹੋ ਜਿਹੀ ਰਾਜੇ ਵਰਗੀ ਜ਼ਿੰਦਗੀ ਮੈਂ ਜਿੰਨਾ, ਮੇਰੇ ਕੋਲ ਘਰ ਹੈਗਾ, ਅਸੀਂ 2 ਭੈਣ ਭਰਾ ਹੈਗੇ ਆ, ਫਾਦਰ ਮਦਰ ਦੀ ਇਨਕਮ 8-10 ਲੱਖ ਰੁਪਏ ਹੈਗੀ ਹੈ, ਉਹ ਪ੍ਰੈਜੈਂਟੇਸ਼ਨ ਹੀ ਹੋਗੀ ਨਾ। ਕਿਉਂਕਿ ਤੁਸੀਂ ਡਿਪਲੋਮਾ ਕੋਰਸ ਕਰਨ ਜਾ ਰਹੇ ਹੋ ਕੈਨੇਡਾ ਵਿੱਚ, ਇਟ ਇਜ਼ ਨਾਟ ਉਹ ਡਿਗਰੀਆਂ ਜਿੱਥੇ ਵੀ 15-15 20 ਲੱਖ ਰੁਪਏ ਸਾਲ ਦੀ ਫੀਸਾਂ ਜਾਣੀਆਂ। 8 ਲੱਖ ਸਾਲ ਦੀ ਫੀਸ ਹੈ, 10-12 ਲੱਖ ਪਰਿਵਾਰ ਦੀ ਆਮਦਨ ਹੈਗੀ ਹੈ, ਤੇ ਸੇਵਿੰਗ ਜਾਂ ਪ੍ਰਾਪਰਟੀ ਦੀ ਵੈਲਿਊਏਸ਼ਨ 70-80 ਲੱਖ ਹੈ। ਉਹ ਕਲੀਅਰ ਹੋ ਜਾਂਦਾ ਉਹਨੂੰ। ਜੇ ਲੋੜ ਪਈ ਤਾਂ ਇਹਦੇ ਉੱਪਰ OD ਵੀ ਮਿਲ ਸਕਦਾ ਹੈ ਪ੍ਰਾਪਰਟੀ ਦੇ ਉੱਤੇ। ਫਾਦਰ ਸਾਹਿਬ ਜੇ ਗਵਰਨਮੈਂਟ EMPLOYE ਹੈ ਜਾਂ ਕਾਰੋਬਾਰ ਚਲਾਉਂਦੇ ਆ, ਬਿਜ਼ਨਸ ਲੋਨ ਵੀ ਲੈ ਸਕਦੇ ਆ ਉਹਨੂੰ ਭੇਜਣ ਵਾਸਤੇ, ਤਾਂ ਉਹ ਅਗੇਨ ਪ੍ਰੈਜੈਂਟੇਸ਼ਨ ਤੇ ਆ ਜਾਂਦਾ ਤੁਸੀਂ ਕਿਵੇਂ ਵੀਜ਼ਾ ਫਾਈਲ ਪ੍ਰੈਜ਼ੈਂਟ ਕਰਦੇ ਹੋ। ਠੀਕ ਹੈ, ਤਾਂ ਬਟ ਇਟ ਇਜ਼ ਅਗੇਨ ਮੈਂ ਰეკਮੈਂਡ ਕਰਾਂਗਾ ਸੈਕੰਡ ਥਰਡ ਫਾਈਲਿੰਗ ਦੇ ਵਿੱਚ। ਠੀਕ ਹੈ, ਇੱਕ ਸਵਾਲ ਜਿਹੜਾ ਮੇਰਾ ਵਿੱਚੇ ਥੋੜਾ ਅਧੂਰਾ ਰਹਿ ਗਿਆ ਸੀ, ਆਪਸ਼ਨ ਓਪਨ ਹੋ ਚੁੱਕੀਆਂ ਨੇ ਸਾਰੇ ਟੈਸਟਸ ਦੇ? GCK ਅਲੱਗ-ਅਲੱਗ ਮਿਕਸ ਇੱਥੇ ਉਹ ਆਉਂਦੇ ਪਏ ਨੇ ਰਿਐਕਸ਼ਨ। ਬਟ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਪਹਿਲਾਂ, ਇਹ ਚੇਂਜ ਆਉਣ ਤੋਂ ਪਹਿਲਾਂ ਜਦ ਤੁਸੀਂ GCK ਦੇ ਅੰਦਰ ਉਹ ਫਾਈਲ ਕਰਦੇ ਸੀ, ਉਹ ਪੁੱਛਦਾ ਸੀਗਾ ਆਰ ਯੂ ਫਾਈਲਿੰਗ ਅੰਦਰ SGS। ਕਈ ਵਾਰ ਸ਼ੈਤਾਨੀਆਂ ਹੋਈਆਂ ਨੇ, ਉਹ ਯੈਸ ਕਰਕੇ ਭੇਜਿਆ ਗਿਆ, ਪਰ ਉਦੋਂ 5.5 ਬੈਂਡ ਇੱਕ ਹੁੰਦੇ ਸੀ, ਉਹ ਚੱਕ ਕੇ ਆਟੋਮੈਟਿਕਲੀ ਨਾਨ SGS ਵਾਲੇ ਪਾਸੇ ਲੈ ਜਾਂਦੇ ਸੀਗੇ। ਦੈਟ ਮੀਨ ਦੇਰ ਇਜ਼ ਫਿਲਟਰੇਸ਼ਨ ਪ੍ਰੋਸੈਸ ਬਿਹਾਈਂਡ ਇਟ। ਅੱਜ ਦੀ ਡੇਟ ਦੇ ਵਿੱਚ ਵੈਬਸਾਈਟ ਉੱਤੇ ਚੇਂਜ ਆ ਗਿਆ, CIC ਵੈਬਸਾਈਟ ਉੱਤੇ ਆਫਟਰ 10th August ਬਿਫੋਰ 10th August ਬੜਾ ਕਲੀਅਰਲੀ ਮੈਂਸ਼ਨਡ ਹੈ। GCK ਤੇ ਕੋਈ ਚੇਂਜ ਨਹੀਂ ਆਇਆ, ਉਹ ਹਜੇ ਵੀ ਆਲਸ ਜਾਂ ਟੈਫ ਦਾ ਹੀ ਆਪਣਾ ਟੈਸਟ ਲੈ ਕੇ ਚੱਲਦੇ ਨੇ। ਬਟ ਅਗੇਨ ਲੌਜਮੈਂਟ ਹੁੰਦੀ ਪਈ ਹੈ। ਆਫਟਰ 10th August ਉਹ ਫਾਈਲਾਂ SGS ਦੇ ਵਿੱਚ ਹੀ ਗੇਜ ਕੀਤੀਆਂ ਜਾਣਗੀਆਂ। ਜੇ ਆਪਾਂ 10 ਅਗਸਤ ਤੋਂ ਬਾਅਦ ਦੀ ਗੱਲ ਕਰੀਏ, ਧੜ ਰਿਫਿਊਜ਼ਲ ਆਏ ਨੇ ਨਾਨ SGS ਤੇ। SGS PT ਰਿਫਿਊਜ਼ਲ ਬਹੁਤ ਘੱਟ ਹੈ, ਟਾਵਾਂ, ਪਰ SGS ਨਾਨ SGS PT 58-56 ਧੜ ਰਿਫਿਊਜ਼ਲ ਹੈ। ਦੈਟ ਮੀਨ ਉਹ ਸਿਸਟਮ ਨੂੰ ਸਾਫ਼ ਕਰਦੇ ਪਏ ਨੇ ਤਾਂ ਕਿ ਨਵੇਂ ਸਿਸਟਮ 'ਚੋਂ ਕਰ ਸਕਣ। ਬਟ ਕੀ ਉਹ ਲੌਜਮੈਂਟ ਲਈ ਰੋਕਦਾ ਹੈ? ਦ ਆਂਸਰ ਇਜ਼ ਨੋ। ਯੂ ਕੈਨ ਸਟਿਲ ਲੌਜ ਯੂਰ ਫਾਈਲ by putting and giving that direct information SGS click ਕਰਕੇ। ਠੀਕ ਹੈ ਜੀ, ਅਪਕਮਿੰਗ ਇਨਟੇਕ ਕਿਹੜੇ ਵਾਸਤੇ ਫਾਈਲਸ ਹੁਣ ਤੁਸੀਂ ਲੈ ਰਹੇ ਹੋ ਸਟੂਡੈਂਟਸ ਕੋਲ? ਵੈਲ ਅਸੀਂ ਜਨਵਰੀ ਇਨਟੇਕ ਫॉर ਇੰਜੀਨੀਅਰਿੰਗ ਪ੍ਰੋਫਾਈਲਸ ਐਂਡ ਨਰਸਿੰਗ ਪ੍ਰੋਫਾਈਲਸ, ਹਿਊਮੈਨਿਟੀਜ਼ ਪ੍ਰੋਫਾਈਲ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਕੰਪਿਊਟਰ ਵਾਲੇ ਲੋਕ ਜਾਂ ਜਿਨ੍ਹਾਂ ਦਾ ਗੈਪ ਹੈਗਾ 3 ਸਾਲਾਂ ਦਾ, 2 ਸਾਲਾਂ ਦਾ, ਆਲਸ ਕੀਤਾ, ਦੁਬਾਰਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋਏ। ਇਹ ਸਾਰੀ ਪ੍ਰੋਫਾਈਲਾਂ ਨੂੰ ਓਪਨ ਇਨਵੀਟੇਸ਼ਨ ਹੈ ਜਨਵਰੀ ਇਨਟੇਕ ਵਾਸਤੇ। ਜੇ ਤੁਸੀਂ ਕੋਈ ਸਪੈਸੀਫਿਕ ਕਾਲਜ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ, ਉਹ ਮੋਸਟਲੀ ਅੱਜ ਮਈ ਇਨਟੇਕ ਦੇ ਵਿੱਚ ਹੀ ਓਪਨ ਨੇ ਔਰ ਸੈਪਟੈਂਬਰ ਨੈਕਸਟ ਈਅਰ, ਡਿਪੈਂਡਿੰਗ ਵਿਚ ਪ੍ਰੋਗਰਾਮ ਯੂ ਵਾਂਟ ਟੂ ਗੋ। ਅੱਜ ਤੁਸੀਂ ਸਪਾਊਸ ਦੇ ਨਾਲ ਵੀ
ਕੈਨੇਡਾ ਵਿੱਚ ਫਾਈਲ ਲਾ ਸਕਦੇ ਹੋ। ਉਹਦੇ ਵਾਸਤੇ ਕੋਈ ਅਲੱਗ ਤੋਂ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਜਾਂ ਫਿਰ ਨਹੀਂ? ਵਿਆਹ ਹੋਣੇ ਚਾਹੀਦੇ ਹੋ, ਦੈਟਸ ਓਨਲੀ ਥਿੰਗ। ਠੀਕ ਹੈ, Plus, ਕੋਈ ਅਕੈਡਮਿਕਸ ਦਾ ਕੋਈ ਵਿਆਹ ਕਿੰਨਾ ਪੁਰਾਣਾ? ਨੋ, ਇਹ ਜਿਹਾ ਕੋਈ ਆਸਟ੍ਰੇਲੀਆ ਵਾਲਾ ਕੰਮ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ ਜੀ। ਤੁਸੀਂ ਨਵਾਂ ਵਿਆਹ ਹੈਗਾ, ਤੁਹਾਡੀ ਫੋਟੋਗ੍ਰਾਫ ਚਾਹੀਦੀਆਂ ਨੇ, ਮੈਰਿਜ ਸਰਟੀਫਿਕੇਟ ਚਾਹੀਦਾ ਹੈ, ਲਿਵਿੰਗ ਐਕਸਪੈਂਸ ਚਾਹੀਦਾ ਹੈਗਾ 6 ਤੋਂ 7 ਲੱਖ ਦਾ ਸਪਾਊਸ ਦੇ ਨਾਮ ਦਾ, ਉਹ ਤੁਸੀਂ GIC ਵੀ ਕਰਾ ਸਕਦੇ ਹੋ ਇਨਟੂ देयर ਕੰਟਰੀ, ਉਹ ਤੁਹਾਡਾ ਕੇਸ ਮਜ਼ਬੂਤ ਕਰ ਦੇਗੀ ਉਹਨਾਂ ਦੀ ਅੱਖਾਂ ਦੇ ਵਿੱਚ। ਐਂਡ ਰਿਲੇਸ਼ਨਸ਼ਿਪ ਪ੍ਰੂਫ, ਉਹ ਜੇ ਨਵਾਂ ਵਿਆਹ ਹੈਗਾ ਤੁਹਾਡੀ ਫੋਟੋਗ੍ਰਾਫ ਤੋਂ ਪਤਾ ਲੱਗ ਜਾਂਦਾ ਜਿੰਨੀ ਤੁਸੀਂ ਇਕੱਠ ਕੀਤਾ ਹੈਗਾ, ਕਿਸ ਤਰੀਕੇ ਨਾਲ, ਕਿੱਥੇ ਵਿਆਹ ਹੋਇਆ, ਫੋਟੋਆਂ ਦੇਖ ਕੇ ਪਤਾ ਲੱਗ ਜਾਂਦਾ ਵਿਆਹ ਦੀ ਜੈਨੂਇਨਿਟੀ ਐਂਡ ਇੰਜੈਨੂਇਨਿਟੀ। ਠੀਕ ਹੈ ਸਰ, ਇਹਨਾਂ ਦਿਨਾਂ 'ਚ ਨਾ ਇੱਕ USA ਦੀ ਬਹੁਤ ਜ਼ਿਆਦਾ ਕੁਐਰੀ ਹੈ, ਉਹਦੇ ਬਾਰੇ ਵੀ ਗੱਲ ਥੋੜੀ ਜਿਹੀ ਕਰਨਾ ਚਾਹੂੰਗੀ। USA ਕਿਹੜਾ ਇਨਟੇਕ ਸਕਸੈਸ ਰੇਟ ਕਿੱਦਾਂ ਦਾ ਹੈਗਾ, ਕਿਹੜੀ ਪ੍ਰੋਫਾਈਲ ਦੇ ਸਟੂਡੈਂਟਸ ਨੂੰ US ਅਪਲਾਈ ਕਰਨਾ ਚਾਹੀਦਾ? ਵੈਲ US ਇਜ਼ ਓਪਨ ਟੂ ਆਲ ਜੀ, ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਦੋਨੋਂ ਪਾਸੇ ਲਾ ਲਓ। ਆਪਾਂ US ਨੂੰ ਐਜ਼ ਇਸ ਹਿੱਸੇ 'ਚ ਬੈਠ ਕੇ ਕੰਟਰੀ ਦੇ ਐਂ ਦੇਖਦੇ ਹਾਂ, ਕਿਤੇ ਨਹੀਂ ਹੁੰਦਾ ਭਰਾ US ਕਰ ਲੈ, ਕਿਉਂਕਿ 4100 ਤੋਂ ਜ਼ਿਆਦਾ ਕਾਲਜ, 4400 ਤੋਂ ਜ਼ਿਆਦਾ ਕਾਲਜ ਔਰ ਯੂਨੀਵਰਸਿਟੀਜ਼ ਹੈ। ਤੁਸੀਂ ਕਿਤੇ ਨਾ ਕਿਤੇ ਤਾਂ ਐਡਮਿਸ਼ਨ I-20 ਲੈ ਹੀ ਆਓਗੇ, ਉਸ ਤੋਂ ਬਾਅਦ ਤੁਸੀਂ ਜਾਣੋ ਤਾਂ ਇੰਟਰਵਿਊ ਵਾਲਾ ਬੰਦਾ ਜਾਣੇ। ਤਾਂ US ਇਜ਼ ਓਪਨ ਟੂ ਆਲ, ਵਿਦ ਆਇਲਸ ਵਿਦਆਊਟ ਆਇਲਸ, ਜੋ ਮਰਜ਼ੀ ਜਾ ਸਕਦਾ ਹੈ। ਹਾਂ, ਜਿਹੜਾ ਸੀਰੀਅਸ ਹੈ ਵੀਜ਼ਾ ਲੈਣ ਲਈ, ਉਹ ਆਪਣੀ ਮਿਹਨਤ ਨੂੰ ਨੈਕਸਟ ਲੈਵਲ ਤੇ ਜ਼ਰੂਰ ਲੈ ਕੇ ਜਾਂਦਾ ਹੈ, ਉਹ ਕਿਉਂਕਿ ਉਹ ਇੰਟਰਵਿਊ ਮੇਨ ਹੈ। ਤੇ ਆਮ ਸੌਰੀ, ਜਿਹੜਾ ਆਪਣਾ ਏਰੀਆ ਹੈ ਨਾ, ਉਹ ਤਾਂ UK ਵਰਗੇ ਦੇਸ਼ ਨੂੰ ਜਿਹਨੂੰ ਪਤਾ ਇੰਟਰਵਿਊ ਤੋਂ ਬਾਅਦ ਮੇਰਾ ਕੈਸ਼ ਆਣਾ ਹੈ, ਉਸ ਤੋਂ ਬਾਅਦ ਕੁਛ ਨਹੀਂ ਹੈ, ਉਹ ਤੋਂ ਵੀ ਡਰ ਜਾਂਦਾ ਹੈ। ਤੇ US ਵੀਜ਼ਾ ਤਾਂ ਫੋਕਸ ਹੀ ਇੰਟਰਵਿਊ ਤੇ ਹੈ। ਤੇ ਤੁਸੀਂ ਉਹਨਾਂ ਸਟੂਡੈਂਟਸ ਤੋਂ ਹੋ ਜਿਹੜੇ US ਜਾਣਾ ਚਾਹੁੰਦੇ ਨੇ। ਜਨਵਰੀ ਇਨਟੇਕ ਓਪਨ ਹੈ, ਅਪਾਇੰਟਮੈਂਟਸ ਦੇਖਣੀਆਂ ਨੇ, ਜਿਹੜੀ ਮਿਲਦੀ ਹੈ ਲੈ ਕੇ, ਜਿੱਥੇ ਮਿਲਦੀ ਹੈ ਉਸ ਤਰ੍ਹਾਂ ਲੈ ਕੇ ਚੱਲੋ। ਕਈ ਲੋਕਾਂ ਨੂੰ ਇੱਥੇ ਇਹ ਵਹਿਮ ਵੀ ਆਉਂਦਾ, ਕਲਕੱਤੇ ਵੀਜ਼ੇ ਮਿਲਦੇ ਨਹੀਂ, ਦਿੱਲੀ ਮਿਲਦੇ। ਇਹੀ ਸਵਾਲ ਸੀ ਮੇਰਾ ਅਗਲਾ। ਹਾਂਜੀ, ਠੀਕ ਹੈ, ਇਹ ਜੇ ਕੋਈ ਇਹ ਵਹਿਮ ਦਾ ਇਲਾਜ ਨਹੀਂ ਹੈਗਾ। ਉਹ ਵੀਜ਼ਾ ਕੌਂਸੂਲੇਟ ਹੈ, ਉਹ ਵੀਜ਼ਾ ਦੇਣ ਨੂੰ ਜਾਂ ਰਿਜੈਕਟ ਕਰਨ ਨੂੰ ਹੀ ਬੈਠੇ ਆ। ਹਾਂ, ਇੱਕ ਪੁਆਇੰਟ ਜਿਹੜਾ 2 ਮਹੀਨੇ ਪਹਿਲਾਂ ਤੇ ਅੱਜ ਦੀ ਡੇਟ 'ਚ ਚੇਂਜ ਆਇਆ। 2 ਮਹੀਨੇ ਪਹਿਲਾਂ ਰਿਜੈਕਸ਼ਨ ਜਿਹੜਾ ਕੇਸ ਸੀਗਾ, ਉਹਨੂੰ ਡੇਟ ਨਹੀਂ ਮਿਲਦੀ ਸੀ ਦੁਬਾਰਾ, ਬਟ ਉਹ US ਕੌਂਸੂਲੇਟ ਨੇ ਓਪਨ ਕਰਤੀਆਂ, ਨਾਰਮਲ ਕਰਤਾ ਵੀ ਤੁਸੀਂ ਰਿਜੈਕਟ ਹੋ ਗਏ ਹੋ, ਦੁਬਾਰਾ ਵੀ ਇੰਟਰਵਿਊ ਦੇ ਵਿੱਚ ਅਪੀਅਰ ਹੋ ਸਕਦੇ ਹੋ। ਜਿੰਨੀ ਮਿਹਨਤ ਤੁਸੀਂ ਕੰਸਲਟੈਂਟ ਦੇ ਫੋਨ ਘੁਮਾਉਣ ਨੂੰ ਲਾਣੀ ਹੈ ਨਾ, I-20 ਆਇਆ ਕਿ ਨਹੀਂ ਆਇਆ, ਉਨੀ ਮਿਹਨਤ ਆਪਣੇ ਇੰਟਰਵਿਊ ਵਾਲੇ ਪਾਸੇ ਕਰੋ, ਫਿਰ ਹੀ ਵੀਜ਼ਾ ਲੱਗਣ ਦੇ ਚਾਂਸ ਆ। ESS ਗਲੋਬਲ ਇੰਟਰਵਿਊ ਦੀ ਤਿਆਰੀ ਕਿੰਨੇ ਵਧੀਆ ਤਰੀਕੇ ਨਾਲ ਕਰਾਉਂਦਾ ਹੈ? ਅਸੀਂ 10 ਰਾਊਂਡ ਪਰਸਨਲਾਈਜ਼ ਦਿੰਦੇ ਹਾਂ ਜੀ, 10 ਰਾਊਂਡਸ, ਜਿਹਦੇ ਵਿੱਚ ਮੂਵੀ ਵੀ ਦਿਖਾਉਂਦੇ ਹਾਂ, ਜਿਹਦੇ ਵਿੱਚ ਕੁਐਸਚਨ ਆਨਸਰ ਰਾਊਂਡ ਵੀ ਹੁੰਦੇ ਨੇ ਅਲੱਗ-ਅਲੱਗ ਇੰਟਰਵਿਊ ਪ੍ਰਪੇਟਰਸ ਤੋਂ। 10 ਰਾਊਂਡ ਤੋਂ ਬਾਅਦ ਬੱਚੇ ਨੇ ਆਪਣੀ ਪ੍ਰੈਕਟਿਸ, ਆਪਣਾ ਹੋਮਵਰਕ ਨਾਲ ਕਰਨਾ ਹੈ। ਦੇਖੋ, ਐਜ਼ ਅ ਮੈਂਟਰ, ਐਜ਼ ਅ ਕੋਚ, ਐਜ਼ ਐਨ ਏਜੰਟ, ਅਸੀਂ ਵੀ ਤੁਹਾਡੇ ਨਾਲ ਇੱਕੋ ਵਿਜ਼ਨ ਰੱਖਦੇ ਹਾਂ, ਵੀਜ਼ਾ ਆਵੇ ਤਾਂ ਹੀ ਸਾਡਾ ਨਾਮ ਹੁੰਦਾ ਤੇ ਪੈਸੇ ਮਿਲਦੇ ਨੇ। ਸਿੰਪਲ ਗੱਲ ਹੈ। ਹੁਣ ਅਸੀਂ ਆਪਣਾ ਕੰਮ ਕਰਾਂਗੇ, ਜੇ ਤੁਸੀਂ ਵੀ ਆਪਣਾ ਕੰਮ ਉਸੇ ਪੈਸ਼ਨ ਨਾਲ ਕਰੋਗੇ ਤਾਂ ਹੀ ਸਕਸੈਸ ਆਏਗਾ, ਨਹੀਂ ਤਾਂ ਨਹੀਂ ਆਏਗਾ। ਰਾਈਟ, ਬਹੁਤ ਸ਼ੁਕਰੀਆ ਰੋਹਿਤ ਸਰ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ, ਰੁਝੇ ਵਿੱਚ ਸਮਾਂ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ। ਸੋ ਇਨਫੋਰਮੇਸ਼ਨ ਕਿਸ ਤਰੀਕੇ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਆਪਣੇ ਜਿਹੜੇ ਰਿਵਿਊ ਹੈ ਸਾਨੂੰ ਦੇ ਸਕਦੇ ਹੋ, ਔਰ ਸਾਡਾ ਸਾਰਾ ਦਾ ਸਾਰਾ ਪ੍ਰੋਗਰਾਮ ਤੁਸੀਂ ਉਡਾਰ ਵਿਦੇਸ਼ਾਂ ਨੂੰ Facebook YouTube ਪੇਜ ਦੇ ਉੱਪਰ ਵੀ ਦੇਖ ਸਕਦੇ ਹੋ। ਫਿਰ ਤੋਂ ਹਾਜ਼ਰ ਹੋਵਾਂਗੇ, ਧਿਆਨ ਰੱਖੋ ਜੀ, ਸਤਿ ਸ਼੍ਰੀ ਅਕਾਲ। ਮਾਈ ਨੇਮ ਇਜ਼ ਗਗਨਪ੍ਰੀਤ ਕੌਰ, ਮੈਂ ਡਿਸਟ੍ਰਿਕਟ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਐਂਡ ਮੈਂ ਆਪਣੀ ਫਾਈਲ ਜਿਹੜੀ ਸੀਗੀ ESS ਗਲੋਬਲ ਤੋਂ ਲਵਾਈ ਸੀ। ਮੇਰਾ ਵੀਜ਼ਾ ਜਿਹੜਾ ਹੈ ਵਿਦਿਨ 26 ਡੇਜ਼ ਦੇ ਵਿੱਚ ਆ ਗਿਆ ਹੈ। ਸੋ ਇੱਥੋਂ ਦਾ ਸਟਾਫ ਜਿਹੜਾ ਹੈ ਬਹੁਤ ਹੀ ਹੈਲਪਫੁਲ ਤੇ ਕੋਆਪਰੇਟਿਵ ਆ। ਮੈਂ ਹਰ ਇੱਕ ਨੂੰ ਇਹੀ ਰეკਮੈਂਡ ਕਰਾਂਗੀ ਕਿ ਇੱਕ ਵਾਰ ESS ਗਲੋਬਲ ਜ਼ਰੂਰ ਵਿਜ਼ਿਟ ਕਰਨ। ਥੈਂਕ ਯੂ। ਮੇਰਾ ਨਾਮ ਹਰਮਨ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ESS ਗਲੋਬਲ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ ਸੀ ਤੇ ਵਿਦਿਨ 1 ਮੰਥ ਦੇ ਵਿੱਚ ਮੇਰਾ ਵੀਜ਼ਾ ਅਪਲਾਈ ਹੋ ਕੇ ਆ ਗਿਆ ਹੈ। ਤੇ ਮੈਂ ਇਹ ਰਿਕਮੈਂਡ ਕਰਾਂਗਾ ਕਿ ਸਾਰੇ ESS ਗਲੋਬਲ ਤੋਂ ਹੀ ਆਪਣਾ ਫਾਈਲ ਪ੍ਰੋਸੈਸ ਕਰੋ। ਥੈਂਕ ਯੂ। ਮੇਰਾ ਨਾਮ ਤਾਰੀ ਸ਼ਰਮਾ ਆ ਤੇ ਮੈਂ ਜਲੰਧਰ ਤੋਂ ਬਿਲੋਂਗ ਕਰਦਾ ਤੇ ਮੇਰੀਆਂ 2 ਰਿਫਿਊਜ਼ਲਾਂ ਆ ਗਈਆਂ ਹੈਗੀਆਂ ਕੈਨੇਡਾ ਤੋਂ। ਤੇ ਉਸ ਤੋਂ ਬਾਅਦ ਮੇਰੇ ਦੋਸਤ ਨੇ ਮੈਨੂੰ ਰეკਮੈਂਡ ਕੀਤਾ ਕਿ ਤੁਸੀਂ ESS ਗਲੋਬਲ ਆਓ ਤੇ ਮੈਂ ਤਾਂ ਕਰਕੇ ਆਇਆ ਇੱਥੇ। ਮੈਂ ਆਪਣੀ ਫਾਈਲ ਲਗਾਈ ਤੇ ਮੇਰਾ 2 ਮਹੀਨੇ ਵਿੱਚ ਵੀਜ਼ਾ ਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਤੇ ਮੈਂ ਤੁਹਾਨੂੰ ਰეკਮੈਂਡ ਕਰਦਾ ਵਾਂ, ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ ਆ ਗਿਆ ਵਾ ਤੇ ਮੈਂ ਤੁਹਾਨੂੰ ਰეკਮੈਂਡ ਕਰਦਾ ਤੁਸੀਂ ਆਓ। ਤੁਹਾਡਾ ਵੀਜ਼ਾ ਲਵਾਉਣਾ ਤੁਸੀਂ ਜਾਂ ਤੁਸੀਂ ਜੋ ਵੀ ਚਾਹੁੰਦੇ ਹੋ ਤਾਂ ਪੂਰਾ ਤੁਹਾਨੂੰ ਹੋਊਗਾ ਵਧੀਆ। ਹਾਂਜੀ, ਮੇਰਾ ਨਾਮ ਮਨਿੰਦਰ ਕੌਰ ਹੈ ਤੇ ਮੈਂ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਇਹਨਾਂ ਤੋਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ। ਮੇਰੀ ਪਹਿਲਾਂ ਰਿਫਿਊਜ਼ਲ ਆ ਚੁੱਕੀ ਸੀਗੀ ਤੇ ਵੈਨ ਆਈ ਰੀਅਪਲਾਈ ਥਰੂ ਦੈਮ ਤੇ ਮੇਰਾ ਹੁਣ ਵੀਜ਼ਾ ਆ ਚੁੱਕਿਆ ਹੈ ਤੇ ਵੀਜ਼ਾ ਪ੍ਰੋਸੈਸਿੰਗ ਬੜੀ ਫਾਸਟ ਸੀਗੀ ਤੇ ਆ ਦੇਖ ਸਕਦੇ ਹੋ ਤੁਸੀਂ ਮੇਰਾ ਵੀਜ਼ਾ।
ਇਹਨਾਂ ਦੇ ਸਟਾਫ ਬੜਾ ਕੋਆਪਰੇਟਿਵ ਸੀਗਾ, ਸਪੈਸ਼ਲੀ ਮੇਰੇ ਜਿਹੜੇ ਮੈਨੂੰ ਗਾਈਡ ਕਰਦੇ ਸੀ ਟਾਈਮ ਟੂ ਟਾਈਮ। ਹਰ ਨੇਮ ਇਜ਼ ਸਿਮਰਨ ਕੌਰ ਐਂਡ ਸ਼ੀ ਵਾਜ਼ ਲਾਈਕ ਹੈਲਪਿੰਗ ਮੀ ਅ ਲੋਟ। ਸੋ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰੂੰਗੀ ਕਿ ਤੁਸੀਂ ਇੱਥੇ ਆਓ, ਆਪਣੀ ਸੁਜੈਸ਼ਨਸ ਲਓ ਇਹਨਾਂ ਤੋਂ, ਆਪਣਾ ਵੀਜ਼ਾ ਅਪਲਾਈ ਕਰੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਐਮ ਪ੍ਰਭਜੋਤ ਸਿੰਘ ਐਂਡ ਆਈ ਐਮ ਫਰਮ ਗੁਰਦਾਸਪੁਰ and I came to ESS Global for my visa application, and I'm very happy today because I got my visa in my hands today. And ESS Global services are very good and the staff is very cooperative here, and I want to thank Kiran ma'am, Sharanjeet ma'am and Amit sir for their guidance, and I got my visa due to their guidance today, and I suggest all of you that you please visit here and receive your visas. Thank you.